संघर्ष का सच प्रोग्राम वेखण वालियां सारियां संगतां नूं मेरे वल्लों यानी बलविंदर सिंह पक्खो के वल्लों आप सब नूं फतेह प्रवान होवे जी। वाहिगुरू जी का खालसा वाहिगुरू जी की फतेह। अज असीं पहुंचे हैं जी भिखी पिंड दे नाल ही लगदे कुछ घर ने जिन्हों भिखी पिंड वाड़ा कहिंदे आ और इत्थे रहिंदे ने तीन शहीद पुत्रां दे मापे बापू निरंजन सिंह ते माता गुरनाम कौर, जिन्हां दे तीन पुत्र उस संघर्ष की भेंट चढ़ गए, जिन्हां दे विच शहीद भाई गुरनाम सिंह जी, शहीद भाई निशान सिंह फौजी ते शहीद भाई कुलबीर सिंह। ये पहलां हरीके पत्तन रहिंदे सन ते उत्थों फिर सारा कुछ खत्म हो गया, पुत्र शहीद हो गए, बापू निरंजन सिंह जी नूं जेल भेज दिता गया ते सारा घर जिहड़ा खत्म हो गया, पैली दे भी सारी खत्म हो गई ते इत्थे उन्हां दी इकलौती बेटी जिहड़ी आ इत्थे विआही होई आ ते अज वो जिंदगी दा आखिरी समा अपनी बेटी के घर च ही गुजार रहे हैं ते किन्ना हालातां दे विच गुजार रहे हैं। हौसले किन्ने बुलंद ने, चढ़दी कला किन्नी आ। आओ तुहानूं मिलवाउने आ बापू निरंजन सिंह जी ते माता गुरनाम कौर जी दे नाल। इन्ना सबर, इन्ना संतोख, वाह। एक शर्ट एक बापू सानू मिलिया सीगा, मैं कहना ना ਉਹਦੇ बारे वीडियो ਉਹਨਾਂ ਦੀ मैं भी पाई सी। अच्छा जी। ਵੀ ਉਹਨੂੰ ਕੋਈ ਪੈਸੇ ਦੇਣ ਗਿਆ ਤੇ ਆਂਦਾ ਵੀ ਮੈਨੂੰ ਨਹੀਂ ਕਿਸੇ ਚੀਜ਼ ਦੀ ਲੋੜ ਤੇ ਜੇ ਕੋਈ ਦੇ ਆਇਆ ਤੇ ਉਹ ਜਾ ਕੇ ਤੇ ਉਹ ਸ਼ਾੜਾ ਸਾਹਿਬ ਵਾਲੇ ਗੁਰੂ ਘਰ ਚ ਚੜਾਉਂਦਾ ਹੁੰਦਾ ਸੀ ਤੇ ਮੈਂ ਕਹਿੰਦਾ ਨਾ ਵੀ ਸਬਰ ਸੰਤੋਖ ਨੂੰ ਕਿਸੇ ਨੇ ਇਨਸਾਨੀ ਰੂਪ ਚ ਮਿਲਣਾ ਤੇ ਉਹ ਬਾਪੂ ਜੀ ਨੂੰ ਮਿਲ ਲਓ। ਅੱਜ ਦੂਜੀ ਵਾਰੀ ਤੁਹਾਡੇ ਦਰਸ਼ਨ ਹੋਏ ਨੇ ਭਈ ਤਿੰਨ ਪੁੱਤ ਸ਼ਹੀਦ ਹੋ ਗਏ ਨੇ, ਆਮਦਨ ਦਾ ਸਾਧਨ ਬੜਾ ਸੀਮਤ ਹੈ, ਸਿਰ ਤੇ ਛਾਤੀ ਹੈ ਨਹੀਂ। हाँ जी, असीं ते तां भी कोई चिंता नहीं गा, मीह पैने आ कितना टाइम पास होऊ। खालसा जी देखो कृपा करे मेरा बापू नानक पटरोल है ना पैंदा इच। हाँ जी, मैं सवेरे गया इको चक्कर लाया ते रुपये वटे 40 सारे ही। कटो किथे 40 रुपये आ लो जी, घर दा खर्चा तुहानूं पता जी, देख लो जिन्ना हैगा। सवेरे 7-8 बजे घरों निकले ने बापू निरंजन सिंह जी ते आ 4 नोट जे 10-10 रुपए दे 40 रुपये इस वक्त लगभग 1 वज चलिया जदों असीं बापू जी नाल गल कर रहे हैं। अद्धी दिहाड़ी निकल गई ते रुपये 40 वटे आ। हाँ जी, ते 40 दे विचों मेरे हिसाब नाल कुछ 15-20 दा तेल बल गया होवे। हाँ जी, ये सारा गेणों लग गया के। हुण जो हैगा मैं उही विखावांगा, ना उहदे नालों वध ना उहदे नालों घट। आ वा 3 शहीद पुत्रां दे मापियां दा रैन बसेरा, आ जे इन्हां दी जिंदगी। और बापू जी
ਮੈਨੂੰ ਤੇ ਇਹ ਗੱਲ ਸੁਣ ਕੇ ਵੀ ਤੁਸੀਂ ਅਜੀਤ ਸਿੰਘ ਸੰਧੂ ਨੂੰ ਛੱਤਰ ਮਾਰੇ ਆ ਆਪਣੇ ਹੱਥੀਂ, ਬਿਲਕੁਲ ਕੁੱਟਿਆ, ਉਹਦੇ ਵਾਲ ਖੋਏ ਚੰਗੇ, ਬੜਾ ਮੰਦਾ ਹਾਲ ਕੀਤਾ ਸੀ ਉਹਦਾ, ਤੇ ਨਾਲ ਤੇਗੇ ਦੇ ਵੀ ਮਾਰੇ ਆ ਉਹਨੂੰ ਐ ਲਾਲ ਹੀ ਜਿੱਦਣ ਗਿਆ ਕੁੜੀਆ ਵਾ ਟਮਾਟਰ ਵਰਗਾ। ਅੱਛਾ ਇਹਦੀ ਮੱਤ ਮਾਰਤੀ ਸੀ, ਰਲਾਤਾ ਮਿੱਟੀ ਦੇ ਵਿੱਚ ਇਹਨੂੰ ਕੁੱਟ ਕੇ। ਅੱਛਾ ਇਹ ਅਜੀਤ ਸਿੰਘ ਸੰਧੂ ਦੋ ਨੂੰ ਮੰਨਦਾ। ਅੱਛਾ ਬੜਾ ਫੇਟਾ। ਸਾਨੂੰ ਕੋਈ ਪੁੱਛਿਆ ਮੈਨੂੰ ਕਿਸੇ ਨੇ ਵੀ ਤੁਸੀਂ ਖਾੜਕੂ ਲਹਿਰ ਦੇ ਵਿੱਚ ਰਹੇ ਜੇ ਤੇ ਕੋਈ ਤੁਹਾਡੇ ਕੋਲੇ ਪੈਸਾ ਟਕਾ ਤੁਸੀਂ ਕਿਤੇ ਲੁੱਟਮਾਰ ਕੀਤੀ ਆ? ਮੈਂ ਉਹਨੂੰ ਆਖਿਆ, ਮੈਂ ਵੀ ਜੇ ਲੁੱਟਮਾਰ ਵਾਲਾ ਕੰਮ ਹੁੰਦਾ ਨਾ, ਜੇ ਅਸੀਂ ਪੈਸੇ ਇਕੱਠੇ ਕੀਤੇ ਹੁੰਦੇ ਸਵਾਰੀ ਸੜਕ ਤੇ ਘੁੰਮਣੀ ਭਾਵੇਂ ਦੱਸਦਾ ਨਹੀਂ ਘੁੰਮਦੀ। ਮੈਨੂੰ ਇਹਨਾਂ ਫੜ ਕੇ ਲਿਆਂਦਾ ਨਹਿਰ ਤੇ। ਹਾਂਜੀ ਆ ਜਿਹੜੀ ਨਹਿਰ ਆ ਰਾਜਸਥਾਨ ਵਾਲੀ। ਹਾਂਜੀ ਤੇ ਉਹਨੇ ਮੈਨੂੰ ਪੁੱਛਿਆ ਵੀ ਆਂਦਾ ਅੱਜ ਤੇਰਾ ਆਖਰੀ ਟਾਈਮ ਆ। ਅੱਛਾ ਮੈਂ ਉਹਨੂੰ ਕੌਣ ਪੁੱਛਦਾ ਸੀ? ਉਹ ਐਸਐਚਓ ਨਾਲ ਅਫਸਰ ਹੀ, ਉਹ ਕੋਈ ਪਤਾ ਨਹੀਂ ਮੈਨੂੰ ਉਹਦਾ ਨਹੀਂ ਪੱਕਾ ਪਤਾ ਵੀ ਕੌਣ ਐਸਐਸਪੀ ਡੀਐਸਪੀ ਕੋਈ ਹੈਗਾ ਇਹੋ ਜਿਹਾ। ਅੱਛਾ ਮੈਂ ਉਹਨੂੰ ਇੱਕੋ ਗੱਲ ਦੱਸੀ, ਮੈਂ ਕਿਹਾ ਜੇ ਤੇ ਮੇਰਾ ਅੰਜਲ ਹੋਇਆ ਵਧਿਆ, ਮੈਂ ਕਿਹਾ ਤੂੰ ਮੇਰਾ ਵਾਲ ਵਿੰਗਾ ਨਹੀਂ ਕਰ ਸਕਦਾ। ਬਿਲਕੁਲ ਠੀਕ ਕਿਹਾ ਉਹਨੂੰ ਮੈਂ, ਬਿਲਕੁਲ ਠੀਕ। ਤੇ ਮੈਂ ਕਿਹਾ ਜੇ ਮੇਰੇ ਦਾਣੇ ਘਟੇ ਹੋਏ। ਬਾਪੂ ਨਰਿੰਦਰ ਸਿੰਘ ਜੀ, ਹਾਂਜੀ ਤੁਹਾਡੇ 3 ਪੁੱਤ ਸ਼ਹੀਦ ਹੋਏ ਆ, ਹਾਂਜੀ, ਪਰ ਜਿੱਡੀ ਚੜ੍ਹਦੀ ਕਲਾ 'ਚ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ, ਹਾਂਜੀ। ਬੜਾ ਮਾਣ ਮਹਿਸੂਸ ਹੋ ਰਿਹਾ। ਨਹੀਂ ਤੇ 3 ਪੁੱਤਰਾਂ ਨੂੰ ਯਾਦ ਕਰਕੇ ਤੇ ਕੁੜੀਆਂ ਧਾਹਾਂ ਨਿਕਲ ਜਾਂਦੀਆਂ। 10ਵੇਂ ਪਾਤਸ਼ਾਹ ਇੱਕ ਦਿਨ ਨਾ ਇਹ ਰੋਈ ਮੇਰੇ ਕੋਲੇ। ਅੱਛਾ ਮੈਂ ਆਖਿਆ ਮੈਨੂੰ ਇੱਕ ਗੱਲ ਦੱਸ, ਮਨ ਮੇਰਾ ਵੀ ਭੈੜਾ ਹੋਇਆ। ਠੀਕ। ਮੈਂ ਕਿਹਾ ਵੀ ਕਿਹੜੀ ਗੱਲ ਰੋਂਦੀ ਆ? ਮੈਂ ਕਿਹਾ ਜੇ ਆਪਾਂ ਅੰਮ੍ਰਿਤ ਛਕਿਆ ਕਲਗੀਆਂ ਵਾਲੇ ਦਾ, ਤੇ ਮੈਂ ਕਿਹਾ ਕਲਗੀਆਂ ਵਾਲੇ ਦਾ ਕੀ ਹਾਲ ਹੋਇਆ? ਤੇ ਮੈਂ ਕਿਹਾ ਉਹਨੇ ਦਿਲ ਛੱਡਿਆ। ਸ਼ਹਿਨਸ਼ਾਹ ਸੀ, ਦਿਲ ਛੱਡਿਆ ਉਹਨੇ, ਲੋਕ ਪਰਲੋਕ ਦਾ ਮਾਲਕ ਸੀ। ਅੱਖਾਂ ਮੇਰੀਆਂ ਵੇਲੇ ਪਾਣੀ ਆ ਗਿਆ। ਠੀਕ ਗੱਲ ਹੈ, ਮਤਲਬ ਇਹ ਅੱਖਾਂ 'ਚ ਪਾਣੀ ਆਇਆ 10ਵੇਂ ਪਾਤਸ਼ਾਹ ਦੇ ਗੱਲ ਕਰਕੇ, ਆਪਣੇ ਪੁੱਤਰਾਂ ਨੂੰ ਯਾਦ ਕਰਕੇ ਨਹੀਂ ਆਇਆ। ਚਲੋ ਕੋਈ ਗੱਲ ਨਹੀਂ। ਬੜੀਆਂ ਵੀਡੀਓ ਕੀਤੀਆਂ ਨੇ ਬਾਪੂ ਜੀ, ਪਰ ਅੱਜ ਤੁਹਾਡੇ ਨਾਲ ਗੱਲ ਕਰਕੇ ਬੜਾ ਹੀ ਮਾਣ ਮਹਿਸੂਸ ਹੋਇਆ। ਪਤਾ ਕੀ ਆ, ਜੇ ਅੱਜ ਰੋਈ ਜਾਵਾਂਗੇ, ਰੋਣ ਅੱਖਾਂ 'ਚ ਰੋਣ ਤੇ ਗਿਆ ਆ, ਹਾਂ, ਤੇ ਪਰ ਜੇ ਰੋਈ ਜਾਵਾਂਗੇ ਤੇ ਉਹਦਾ ਕੋਈ ਹੱਲ ਮੁੜ ਥੋੜਾ ਹੋਣਾ। ਹੱਲ ਤੇ ਹੋਣਾ ਨਹੀਂ ਆ, ਤੇ ਫਿਰ ਲਾਗਲੇ ਦਾ ਵੀ ਮਨ ਦੁਖੀ ਕਰਨਾ ਆਪਾਂ। ਆਓ ਜੀ ਤੁਹਾਡੀ ਗੱਲਬਾਤ ਕਰਾਉਂਦੇ ਆ ਬਾਪੂ ਨਰਿੰਦਰ ਸਿੰਘ ਜੀ ਦੇ ਨਾਲ, ਜਿਨ੍ਹਾਂ ਦੇ 3 ਪੁੱਤਰ ਉਸ ਖਾੜਕੂ ਸੰਘਰਸ਼ ਦੀ ਭੇਂਟ ਚੜ੍ਹੇ ਆ, ਜਿਨ੍ਹਾਂ 'ਚ ਸਭ ਤੋਂ ਪਹਿਲਾਂ ਸ਼ਹੀਦ ਭਾਈ ਗੁਰਨਾਮ ਸਿੰਘ ਜੀ, ਉਸ ਤੋਂ ਬਾਅਦ ਸ਼ਹੀਦ ਭਾਈ ਨਿਸ਼ਾਨ ਸਿੰਘ ਫੌਜੀ। ਸ਼ਹੀਦ ਭਾਈ ਨਿਸ਼ਾਨ ਸਿੰਘ ਫੌਜੀ ਜਿਹੜੇ ਆ 1984 'ਚ ਦਰਬਾਰ ਸਾਹਿਬ ਤੇ ਹੋਏ ਹਮਲੇ ਦੌਰਾਨ ਫੌਜ ਦੇ ਵਿੱਚੋਂ ਬਾਗੀ ਹੋ ਗਏ ਸਨ। ਔਰ ਤੀਸਰਾ ਇਹਨਾਂ ਦਾ ਪੁੱਤਰ ਸ਼ਹੀਦ ਭਾਈ ਕੁਲਬੀਰ ਸਿੰਘ। ਸੱਚ ਗੱਲ ਤੇ ਇਹ ਆ ਕਿ ਹਾਲਾਤ ਦੇ ਥਪੇੜਿਆਂ ਨੇ ਉਹ ਇਹਨਾਂ ਦੀ ਮਾਨਸਿਕ ਦਸ਼ਾ ਕਰ ਦਿੱਤੀ ਆ ਕਿ ਇਹਨਾਂ ਨੂੰ ਨਾ ਤੇ ਕੋਈ ਤਰੀਕ ਯਾਦ ਜੇ ਤੇ ਨਾ ਪੂਰੀ ਤਰ੍ਹਾਂ ਸਨ ਯਾਦ ਆ ਕਿ ਸਾਡੇ ਪੁੱਤਰ ਕਦੋਂ ਤੇ ਕਿਸ ਸਨ 'ਚ ਕਿਸ ਤਰੀਕ ਨੂੰ ਕਿਸ ਮਹੀਨੇ ਦੇ ਵਿੱਚ ਸ਼ਹੀਦ ਹੋਏ ਆ। ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਆਪ ਇਹਨਾਂ ਦੇ ਸਰੀਰਾਂ ਤੇ ਵੀ ਬੜਾ ਤਸ਼ੱਦਦ ਹੋਇਆ, ਜੇਲ੍ਹਾਂ ਕੱਟੀਆਂ, ਬੜਾ ਕੁਝ ਹੋਇਆ ਵਾ। ਤੇ ਆਓ ਤੁਹਾਡੀ ਮੁਲਾਕਾਤ ਕਰਾਉਨੇ ਆ ਜੀ 3 ਸ਼ਹੀਦ ਪੁੱਤਰਾਂ ਦੇ ਪਿਤਾ ਬਾਪੂ ਨਰਿੰਦਰ ਸਿੰਘ ਜੀ ਦੇ ਨਾਲ। ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੇ ਬਾਪੂ ਜੀ ਦੱਸਿਓ ਵੀ ਕਿਵੇਂ ਤੁਹਾਡੇ ਪੁੱਤਰ ਜਿਹੜੇ ਆ ਇਸ ਖਾੜਕੂ ਸਫਾਂ 'ਚ ਇਹ ਕਿਵੇਂ ਸ਼ਹੀਦ ਸਿੰਘਾਂ ਨਾਲ ਜਾ ਰਲੇ? ਇਹ ਵੇਖੋ ਜੀ, ਜਿਹੜਾ ਵੱਡਾ ਹੈ ਆਪਣਾ ਗੁਰਨਾਮ ਸਿੰਘ ਹੀ, ਉਹਦਾ ਪਹਿਲਾਂ ਹੀ ਮਤਲਬ ਫੇਰਾ ਤੋਰੀ ਦਾ ਕੰਮ ਹੀ ਜ਼ਿਆਦਾ। ਅੱਛਾ, ਇਸ ਤਰ੍ਹਾਂ ਗਾਂ ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾਂ ਹੀ ਜਾਂਦਾ ਸੀ ਸੰਤਾਂ ਕੋਲ? ਪਹਿਲਾਂ ਜਾਂਦਾ, ਮਤਲਬ ਸੰਤਾਂ ਦੇ ਸੰਪਰਕ 'ਚ? ਹਾਂਜੀ ਹਾਂਜੀ ਹਾਂਜੀ। ਤੇ ਉਹ ਅੱਛਾ। ਫਿਰ ਉਹ ਜਦੋਂ ਉਹਨੇ ਵੇਖਿਆ ਚਾਲ ਚੱਲਣ ਤੇ ਉਹਨਾਂ ਨੂੰ ਰੱਬ ਦੀ ਕਿਰਪਾ ਹੋਈ ਤੇ ਉਹ ਇਸ ਕੰਮ ਦੇ ਲਹਿਰ ਦੇ ਵਿੱਚ ਵੜ ਗਏ। ਅੱਛਾ, ਨਹੀਂ ਜਦੋਂ ਦਰਬਾਰ ਸਾਹਿਬ ਤੇ ਫਿਰ ਹਮਲਾ ਹੁੰਦਾ, ਹਾਂਜੀ,
ਉਸ ਵਕਤ ਉਹ ਦਰਬਾਰ ਸਾਹਿਬ ਦੇ ਅੰਦਰ ਸੀ ਕਿ ਜਾਂ ਕਿਤੇ ਬਾਹਰ ਹੀ ਰਹਿ ਗਿਆ? ਅੰਦਰ ਅੰਦਰ ਸੀਗਾ। ਹਾਂਜੀ ਹਾਂਜੀ ਤੇ ਉਹ ਅੰਦਰੋਂ ਨਿਕਲਿਆ ਵਾ? ਨਿਕਲ ਗਏ, ਹਾਂ, ਬਹੁਤ ਸਾਰੇ ਸਿੰਘ ਅੰਦਰੋਂ ਨਿਕਲੇ ਸੀ। ਨਿਕਲੋ ਵੀ ਨਿਕਲ ਗਏ। ਅੱਛਾ, ਦਰਬਾਰ ਸਾਹਿਬ ਜੋ 84 ਦਾ ਦਰਬਾਰ ਸਾਹਿਬ ਦਾ ਹੁੰਦਾ ਉੱਥੋਂ ਨਿਕਲੇ ਨੇ? ਹਾਂਜੀ ਹਾਂਜੀ। ਅੱਛਾ, ਤੇ ਉਸ ਤੋਂ ਬਾਅਦ ਫਿਰ ਪੁਲਿਸ ਨੂੰ ਕਦੋਂ ਪਤਾ ਲੱਗਾ ਵੀ ਇਹ ਮਤਲਬ ਜਦੋਂ ਘਰ ਆਉਣੀ ਸ਼ੁਰੂ ਹੋਈ ਪੁਲਿਸ? ਇਹ ਪੁਲਿਸ ਇਸ ਤਰ੍ਹਾਂ ਜੀ ਜਦੋਂ ਇਹ ਜ਼ਿੰਮੇਵਾਰੀ ਲੈਂਦੇ ਸੀ ਹਾਂਜੀ, ਤੇ ਉਹਨਾਂ ਫਿਰ ਆਉਣਾ ਸੀ। ਅੱਛਾ, ਜ਼ਿੰਮੇਵਾਰੀ ਪੂਰੀ ਆਪਣੇ ਨਾਂ ਤੇ ਲੈਂਦੇ ਹਾਂਜੀ, ਹਾਂਜੀ। ਕਿ ਜਾਂ ਖਾੜਕੂ ਸਫਾਂ ਚ ਕੋਈ ਨਾਂ ਹੋਰ ਚੱਲਦਾ? ਨਹੀਂ ਨਹੀਂ ਨਹੀਂ, ਇਸ ਤਰ੍ਹਾਂ ਹੀ ਚੱਲਿਆ ਉਹਨਾਂ ਦਾ। ਸਿੱਧਾ ਸ਼ਹੀਦ ਭਾਈ ਗੁਰਨਾਮ ਸਿੰਘ? ਹਾਂਜੀ ਹਾਂਜੀ ਹਾਂਜੀ। ਨਾਲ ਪਿੰਡ ਹਰੀਕੇ ਆਉਣਾ? ਹਾਂਜੀ, ਜਿੱਥੇ ਵੀ ਉਹਨਾਂ ਜਿੱਥੇ ਮੁਕਾਬਲਾ ਕਰਦੇ ਰਹੇ ਉੱਥੇ ਨਾਂ ਦੇਣ ਦੇ ਨਾਲ। ਮਤਲਬ ਅਖਬਾਰ ਦੇ ਵਿੱਚ ਪੂਰਾ ਜ਼ਿਕਰ ਆਉਂਦਾ ਰਿਹਾ? ਹਾਂਜੀ, ਕੋਈ ਜਰਨਲ, ਕੋਈ ਮਤਲਬ ਜਿਵੇਂ ਏਰੀਆ ਕਮਾਂਡਰ। ਹਾਂਜੀ ਹਾਂਜੀ, ਇਸ ਤਰ੍ਹਾਂ ਦੇ ਹਾਂਜੀ 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 ਆਉਂਦਾ ਸੀਗਾ ਨਾਂ। ਹਾਂਜੀ ਹਾਂਜੀ। ਤੇ ਇਹ ਫਿਰ ਤੁਹਾਡਾ ਬੇਟਾ ਸ਼ਹੀਦ ਭਾਈ ਨਿਸ਼ਾਨ ਸਿੰਘ ਵੀ ਜਿਹੜਾ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਜਿੱਦਾਂ ਤੁਸੀਂ ਦੱਸਿਆ ਕਿ ਉਹ ਫੌਜ ਚੋਂ ਭਗੌੜਾ ਹੋ ਗਿਆ? ਬਾਗੀ ਹੋ ਗਿਆ ਜੀ। ਅੱਛਾ, ਹਾਂਜੀ। ਤੇ ਫਿਰ ਉਹ ਵੀ ਨਹੀਂ ਵਾਪਸ ਮੁੜਿਆ? ਨਾ, ਉਹਨੇ ਵੀ ਆਣ ਕੇ ਹਥਿਆਰ ਚੁੱਕ ਕੇ ਸਿੱਧਾ ਤੁਰ ਕੇ ਹੋ ਕੇ ਹਾਂਜੀ, ਉਹਦਾ ਸਿੱਧਾ ਪਹਿਲਾਂ ਕੁਛ ਸਮਾਂ ਬਬਰਾਨਾ ਕੱਢਿਆ ਉਹਨੇ। ਅੱਛਾ, ਤੇ ਕੁਛ ਫਿਰ ਮੁੜ ਕੇ ਮਾਨੋਚਾਲ ਨਾਲ ਕਿ ਵੰਡੀਆਂ ਗਈਆਂ ਜਥੇਬੰਦੀਆਂ। ਅੱਛਾ, ਜਥੇਦਾਰ ਮਾਨੋਚਾਲ ਜੀ ਦੇ ਨਾਲ ਫਿਰ ਹਾਂਜੀ, ਉਹਦੇ? ਹਾਂਜੀ। ਠੀਕ ਆ। ਹਾਂਜੀ, ਗੁਰਬਚਨ ਸਿੰਘ ਦੇ ਨਾਲ। ਠੀਕ ਆ, ਹਾਂਜੀ ਹਾਂਜੀ। ਤੇ ਇਹ ਤੀਸਰਾ ਪੁੱਤਰ ਸ਼ਹੀਦ ਭਾਈ ਕੁਲਬੀਰ ਸਿੰਘ? ਇਹ ਜੀ ਆਪਣੇ ਨਾਲ ਇਹਦੇ ਜਿਹੜੀ ਹੈਗੀ ਸੀ ਨਾ ਮੂਵਮੈਂਟ ਆਪਣੀ, ਤੇ ਚੇਤਾ ਮੈਨੂੰ ਆ ਲੈਂਦਾ, ਮੈਂ ਦੱਸਦਾ ਤੁਹਾਨੂੰ। ਟਾਈਗਰ ਫੋਰਸ ਦੇ ਨਾਲ ਹੀ। ਅੱਛਾ ਜੀ, ਹਾਂਜੀ। ਪਿੰਡਾਂ ਵਾਲਾ ਟਾਈਗਰ ਫੋਰਸ ਜਥੇਦਾਰ ਮਾਨੋਚਾਲ ਦੀ ਹੀ ਜਥੇਬੰਦੀ? ਇਹਦੇ ਨਾਲ ਹੀ ਉਹ ਵੀ ਅੱਡੂ ਪਾਰਟੀ ਸੀ ਨਾ, ਕੱਲਾ ਕੱਲਾ। ਅੱਛਾ ਜੀ। ਹਾਂਜੀ, ਟਾਈਗਰ ਫੋਰਸ ਦੇ ਨਾਲ ਜੀ। ਠੀਕ ਹੈ। ਇਹ ਤੁਹਾਡਾ ਬੇਟਾ ਸ਼ਹੀਦ ਕੁਲਬੀਰ ਸਿੰਘ ਵੀ ਜਿਹੜਾ ਸੀਗਾ? ਅੱਛਾ, ਜਦੋਂ 3 ਪੁੱਤਰ ਘਰੋਂ ਭਗੌੜੇ ਹੋ ਗਏ ਫਿਰ ਪੁਲਿਸ ਤੇ ਮਤਲਬ ਕਦੀ ਉਹ ਇਧਰੋਂ ਆ ਗਈ ਕਦੀ ਇਧਰੋਂ ਆ ਗਈ, ਇਸ ਤਰ੍ਹਾਂ? ਜੇ ਤੁਸੀਂ ਸੱਚ ਕਰਕੇ ਜਾਣੇ ਉਹਨਾਂ ਤੇ ਸਾਡੀ ਉਹਨਾਂ ਮੱਤ ਮਾਰਤੀ। ਅੱਛਾ, ਵੀ ਸਾਨੂੰ ਨਹੀਂ ਔੜੀ ਸੁੱਜੀ ਵੀ ਅਸੀਂ ਜੋ ਸਾਡਾ ਇਸ ਤਰ੍ਹਾਂ ਘਰ ਭਰਿਆ ਡੰਗਰ ਵੱਛਾ ਜੋ ਭਾਜੜ ਦਾ ਜਿਹੜੇ ਅਸੀਂ ਸਾਰੇ ਛੱਡ ਕੇ ਤੇ ਅਸੀਂ ਵੀ ਘਰਾਂ ਤੋਂ ਨਿਕਲ ਕੇ ਬਾਹਰ। ਅੱਛਾ, ਕੋ ਪੈਲੀ ਬੰਨਾ ਹੈਗਾ ਸੀ ਤੁਹਾਡਾ ਪੁੱਤਾ? ਹੈਗੀ, ਪੈਲੀ ਵੀ ਬਰਬਾਦ ਹੋ ਗਈ 10 ਕਿੱਲੇ। 10 ਕਿੱਲੇ ਪੈਲੀ ਸੀ? ਹਾਂਜੀ ਹਾਂਜੀ। ਮਤਲਬ ਮਾਲਕੀ ਸੀ ਕਿ ਜਾਂ ਮਤਲਬ ਜਿਸ ਤਰ੍ਹਾਂ ਦਰਿਆ ਵਾਲੀ ਦੀ ਬਾਈ? ਅੱਛਾ, ਉੱਥੇ ਉਸ ਤਰ੍ਹਾਂ ਹੀ ਹੁੰਦੀ ਆ ਵੀ ਜੇ ਕਬਜ਼ੇ ਵਾਲੀ ਸੀ? ਹਾਂਜੀ ਹਾਂਜੀ। ਅੱਛਾ, ਉਹ ਵੀ ਨੈਚੁਰਲੀ ਆ ਵੀ ਜਦੋਂ ਉਹਦਾ ਕਬਜ਼ਾ ਛੁੱਟ ਗਿਆ ਉਹ ਵੀ ਜਾਂਦੀ ਰਹੀ? ਉਹ ਵੀ ਜਾਂਦੀ ਰਹੀ। 10 ਕਿੱਲੇ ਦੀ ਵਾਹੀ ਖਤਮ ਹੋ ਗਈ? ਹਾਂਜੀ ਹਾਂਜੀ। ਤੇ ਤੁਸੀਂ ਜੇਲ੍ਹ 'ਚ ਵੀ ਰਹੇ? ਇਹ ਮੈਂ ਰਿਹਾ ਜੇ 1994 ਚ ਮੈਂ ਫੜਿਆ ਗਿਆ ਜੀ। ਅੱਛਾ। ਤੇ 2001 ਚ ਮੈਂ ਬਾਹਰ ਆਇਆ ਜੀ। 6-7 ਸਾਲ ਜੇਲ੍ਹ ਕੱਟੀ? 6.5 ਸਾਲ ਜੇਲ੍ਹ ਕੱਟੀ। 6.5 ਸਾਲ? ਹਾਂਜੀ। ਮਤਲਬ 94 ਦੇ ਵਿੱਚ ਲਗਭਗ ਇਹ ਖਾੜਕੂ ਮੂਵਮੈਂਟ ਖਤਮ ਹੋ ਗਈ, ਸਮਾਪਤ ਹੋ ਗਈ। ਤੇ ਫਿਰ ਵੀ ਤੁਹਾਨੂੰ ਫੜ ਕੇ ਤੇ ਕੇਸ ਕੀ ਪਾਤਾ? ਇਹ ਜਿਸ ਤਰ੍ਹਾਂ ਦੇ ਉਹ ਜ਼ਿੰਮੇਵਾਰੀਆਂ ਲੈਂਦੇ ਸੀ ਆਪਣੇ ਜਰਨਲ। ਹਾਂ, ਉਹ ਵਾਰਦਾਤਾਂ ਕਤਲ ਤੁਹਾਡੇ ਤੇ ਪਾਤੇ? ਆਪਣੇ ਤੇ ਪਾਈ ਗਏ। ਤੇ ਉਹ ਆਪਣੀ ਲੜਕੀ ਦਾ ਮੈਂ ਸ਼ਾਦੀ ਲੱਗਾ ਸੀ ਕਰਨ ਆਪਣੀ ਦੀ। ਅੱਛਾ। ਤੇ ਉਹ ਫਿਰ ਜਦੋਂ ਫਿਰ ਇੱਕ ਥਾਂ ਬਹਿ ਜੀਏ ਤੁਸੀਂ ਸਿਆਣੇ ਲੀਕ ਹੋ ਜਾਂਦਾ ਕੰਮ। ਤੇ ਉਹ ਫਿਰ ਮੈਂ ਇੱਥੋਂ ਫੜਿਆ ਗਿਆ ਭਿੱਖੀ ਪਿੰਡੋਂ। ਅੱਛਾ। ਤੇ ਫਿਰ ਮੇਰੇ ਨਾਲ ਬੜਾ ਬੰਦਾ ਹਾਲ ਕੀਤਾ ਉਹਨਾਂ ਦੇ। ਆ ਮੇਰੇ ਪਾਰਟੀ ਵੀ ਕੁੜੀ ਹੋਵੇ, ਉਹਨਾਂ ਦੇ 4-4 ਉਂਗਲਾਂ ਚੌੜੇ ਕਰਤੇ ਉਹਨਾਂ ਤੇ। ਮੈਂ ਵੀ ਮੈਂ ਪੜਾਉਣਾ ਨਹੀਂ ਕਿਸੇ ਨੂੰ। ਅੱਛਾ। ਜੇ ਮੈਨੂੰ ਮਾਰ ਦਿਓ ਤੇ ਭਾਵੇਂ ਰੱਖ ਲਓ। ਕਿਹੜਾ ਸੀਗਾ ਥਾਣੇਦਾਰ ਜਿੰਨੇ? ਇਹ ਹੈਗਾ ਸੀ ਆਪਣਾ ਰਘਬੀਰ ਸਿੰਘ? ਹਾਂਜੀ। ਅੱਛਾ। ਇਹ ਉਧਰ ਦਾ ਸੀ ਮੇਰਾ ਖਿਆਲ, ਮਹੂ ਦੇ ਫਿਰੋਜ਼ਪੁਰ ਦੇ ਇਲਾਕੇ ਦਾ। ਅੱਛਾ। ਹਾਂ। ਇਹ ਹਰੀਕੇ ਉਦੋਂ SHO ਸੀਗਾ? ਇਹ ਮੈਨੂੰ ਇੱਥੋਂ ਚੁੱਕ ਕੇ ਲੈ ਗਿਆ, ਉਹ ਲੈ ਗਿਆ ਬਾਹਰ, ਜੀਰੇ ਲੈ ਗਿਆ। ਅੱਛਾ। ਜੀਰੇ ਵਾਲਾ ਮੈਨੂੰ ਬੜਾ ਤੰਗ ਕੀਤਾ। ਅੱਛਾ ਜੀ। ਤੇ ਫਿਰ 6-7 ਸਾਲ ਤੁਸੀਂ ਜੇਲ੍ਹ ਕੱਟੀ? ਹਾਂਜੀ। ਮਗਰ ਪਰ ਪੈਰਵਾਈ ਕਰਨ ਵਾਲਾ ਕੋਈ ਨਹੀਂ ਹੈਗਾ। ਵੀ 3 ਪੁੱਤਰ ਸ਼ਹੀਦ ਹੋ ਗਏ। ਹਾਂਜੀ। ਪਤਾ ਪਤਾ ਲੱਗਾ ਕਿ ਤੁਹਾਡੀ ਬੇਟੀ ਇੱਕੋ ਇੱਕ ਬੇਟੀ ਬਾਅਦ ਦੇ ਵਿੱਚ ਉਹਦਾ ਵਿਆਹ ਵੀ ਤੁਹਾਡੀ ਗੈਰਹਾਜ਼ਰੀ 'ਚ ਹੋਇਆ? ਹਾਂਜੀ ਹਾਂਜੀ। ਉਹ ਇਸੇ ਨੇ ਕੀਤਾ, ਕਰਮਾਲੀ ਨੇ, ਮਗਰੋਂ ਜਦੋਂ ਇਹ ਛੁੱਟ ਗਈ। ਤੁਹਾਡੀ ਸਿੰਘਣੀ ਨੇ? ਹਾਂਜੀ ਹਾਂਜੀ, ਇਹਨੇ ਕੀਤਾ। ਰੱਬ ਤਰਸੀ ਕਰਤਾ ਜਿਹੜੇ ਤੇਰੇ ਮੇਰੇ ਵਰਗੇ ਭੈਣ ਭਰਾ ਸੀ। ਅੱਛਾ। ਹਾਂਜੀ। ਤੇ ਬਾਕੀ ਇਹਨੂੰ ਅਸੀਂ ਜਿਹੜਾ ਘਰ ਬੂਆ ਇਹਦਾ ਬਣਾ ਕੇ ਦਿੱਤਾ। ਫਿਰ ਅਸੀਂ ਮਿਹਨਤ ਮਜ਼ਦੂਰੀ ਕਰਕੇ ਆਪਣੀ ਰਕਸ਼ਾ ਚਲਾ ਕੇ ਤੇ ਫਿਰ ਇਹਨੂੰ ਜਿੰਨੇ ਹੁਣ ਵੀ ਰਕਸ਼ਾ ਹੀ ਚਲਾਉਂਦੇ ਹੋ? ਹਾਂਜੀ। ਆ ਵੇਖ ਲਓ ਸਾਹਮਣੇ ਖਲੋਤਾ ਲਾਈ ਸਕੂਟਰੀ। ਮੈਂ ਵੀ ਹੁਣ ਨਹੀਂ ਚੱਲਦਾ ਦੂਜਾ। ਹਾਂ, ਵੀ ਉਹ ਪੈਡਲਾਂ ਵਾਲਾ ਨਹੀਂ ਚੱਲਦਾ ਨਾ, ਸਕੂਟਰੀ ਜਿਹੜੀ ਆ। ਹਾਂਜੀ ਹਾਂਜੀ। ਪਰ ਹੁਣ ਤੇਲ ਵੀ ਬੜਾ ਮਹਿੰਗਾ ਹੋ ਗਿਆ ਜੀ। ਕੀ ਕਰੀਏ ਫਿਰ ਹੁਣ? ਪੈਟਰੋਲ ਲੈਣਾ ਪੈਂਦਾ ਇਹ 'ਚ? ਹਾਂਜੀ। ਮੈਂ ਸਵੇਰੇ ਗਿਆ, ਇੱਕੋ ਚੱਕਰ ਲਾਇਆ ਤੇ ਰੁਪਈਏ ਵਟੇ 40 ਸਾਰੇ ਹੀ। ਕੱਢੋ ਕਿੱਥੇ 40 ਰੁਪਏ? ਆ ਲਓ ਜੀ। ਤੇ ਘਰ ਦਾ ਖਰਚਾ ਤੁਹਾਨੂੰ ਪਤਾ ਜੀ, ਵੇਖ ਲਓ ਜਿੰਨਾ ਹੈਗਾ। ਸਵੇਰੇ 7-8 ਵਜੇ ਘਰੋਂ ਨਿਕਲੇ ਨੇ ਬਾਪੂ ਨਰਿੰਦਰ ਸਿੰਘ ਜੀ ਤੇ ਆ 4 ਨੋਟ ਜੇ 10-10 ਰੁਪਏ ਦੇ 40 ਰੁਪਏ। ਇਸ ਵਕਤ ਲਗਭਗ 1 ਵਜੇ ਚੱਲਿਆ ਜਦੋਂ ਅਸੀਂ ਬਾਪੂ ਜੀ ਨਾਲ ਗੱਲ ਕਰ ਰਹੇ ਹਾਂ। ਅੱਧੀ ਦਿਹਾੜੀ ਨਿਕਲ ਗਈ ਤੇ ਰੁਪਈਏ 40 ਵਟੇ ਆ। ਹਾਂਜੀ।
ਤੇ 40 ਦੇ ਵਿੱਚੋਂ ਮੇਰੇ ਹਿਸਾਬ ਨਾਲ ਕੋਈ 15-20 ਦਾ ਤੇਲ ਬਲ ਗਿਆ ਹੋਵੇ ਹਾਂਜੀ, ਇਹ ਸਾਰਾ ਗੇਣੂ ਲੱਗ ਗਿਆ ਕਿ ਤੇ ਸ਼ਾਮ ਤੱਕ ਕਿੰਨੇ ਕੁ ਵੱਟੇ ਜਾਂਦੇ ਆ? ਵੇਖੋ ਰੋਟੀ ਪਾਣੀ ਦਾ ਮਸਲਾ ਚੱਲੀ ਜਾਂਦਾ, ਕਿਸੇ ਗਾੜੀ ਹੱਥ ਨਹੀਂ ਕਰਨਾ ਪੈਂਦਾ। ਅੱਗੋਂ 10ਵੇਂ ਪਾਤਸ਼ਾਹ ਦੇ ਪੁੱਤਰਿਓ ਤੁਸੀਂ ਬਾਣਾ ਪਾਇਆ, ਨਹੀਂ ਕਰਦੇ, ਲੋੜ ਹੀ ਨਹੀਂ ਕਿਸੇ ਦੇ ਅੱਗੇ ਹੱਥ ਅੱਡਣ ਦੀ। ਨਹੀਂ ਕਰਦੇ। ਬਿਲਕੁਲ ਠੀਕ ਆ, ਆਪਣੀ ਮਿਹਨਤ ਦੀ। ਆ ਜਿਹੜੇ 40 ਇਹ ਆਪਣੇ ਇਹ ਤੁਹਾਡੀ 40 ਜਿਹੜੀ ਹੈ ਨਾ, ਇਹ 4000 ਇਹ ਆ ਤੁਹਾਡੀ ਕਿਰਤ ਕਮਾਈ। ਹਾਂਜੀ ਹਾਂਜੀ, ਵਾਹ ਜੀ ਵਾਹ, ਇਹਨੂੰ ਤੇ ਮੱਥੇ ਨਾਲ ਲਾਉਣਾ ਚਾਹੀਦਾ। ਸੱਚੇ ਪਾਤਸ਼ਾਹ। ਹਾਂਜੀ ਹਾਂਜੀ, ਹੋਰ ਆਮਦਨ ਦਾ ਕੋਈ ਸਾਧਨ ਨਹੀਂ ਨਾ ਹੁਣ ਆਪਣੀ ਧੀ ਕੋ ਰਹਿੰਦੀ ਹੋ ਤੁਸੀਂ। ਹਾਂਜੀ, ਇਹਦੇ ਬੂਏ ਤੇ ਆਪਾਂ ਮਰਨਾ, ਇੱਥੇ ਹੀ ਰਹਿਣਾ। ਤੇ ਉੱਥੇ ਜਿਹੜਾ ਸੀਗਾ ਘਰ-ਬਾਰ ਫਿਰ ਹਰੀਕੇ ਚ? ਵਾਗਰੂ ਛੋਟਾ ਭਰਾ ਵਾ ਮੇਰਾ ਇੱਕ, ਤੇ 2 ਅਵਤਰਾਂ ਤੇ ਇੱਕ ਜਿਹੜਾ ਛੋਟਾ ਬਿਲਕੁਲ ਡਰਾਈਵਰ ਆ, ਤੇ ਉਹ ਤੇ ਵਿਚਾਰਾ ਮੇਰੇ ਵਾਲਾ ਹਿਸਾਬ ਕਿਤਾਬ ਤੇ ਡੇਰਾ ਤੇ ਜਿਹੜਾ ਵਿਚਾਲੜਾ ਉਹ ਥੋੜਾ ਜਿਹਾ ਆਪਣੇ ਆਪ ਨੂੰ ਥੋੜਾ ਪੂੰ ਕਰਦਾ, ਤੇ ਅਸੀਂ ਸ਼ੁਕਰ ਕੀਤਾ ਉਹਦਾ ਮਾਲਕ ਦਾ ਵੀਰ ਮਾਨ ਨਾਲ ਰੋਟੀ ਲੱਗਿਆ ਖਾਣ ਆਪਦੀ। ਤੇ ਉਹ 2-2.5 ਕਨਾਲਾਂ ਪੈਲੀ ਵੀ ਮੇਰੀ ਉਹਨੇ ਰੱਖੀ ਆ, ਜਿਹੜੀ ਜ਼ਮੀਨ 2-2.5 ਕਿੱਲੇ ਆ ਉਹਦੀ ਕੋਠੀ ਦੇ ਘੇਰੇ ਘੇਰੇ, ਅੱਛਾ, ਉਹ ਵੀ ਨਹੀਂ ਉਹ ਮਤਲਬ ਛੱਡਦਾ। ਬਾਪੂ ਨਰਿੰਜਨ ਸਿੰਘ ਜੀ, ਹਾਂਜੀ ਤੁਹਾਡੇ 3 ਪੁੱਤ ਸ਼ਹੀਦ ਹੋਇਆ, ਹਾਂਜੀ ਪਰ ਜਿੱਡੀ ਚੜ੍ਹਦੀ ਕਲਾ ਚ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ, ਹਾਂਜੀ। ਬੜਾ ਮਾਣ ਮਹਿਸੂਸ ਹੋ ਰਿਹਾ। ਨਹੀਂ ਤੇ ਦੇਖੋ 3 ਜੀ, ਪੁੱਤਰਾਂ ਨੂੰ ਯਾਦ ਕਰਕੇ ਤੇ ਕੁੜੀਆਂ ਧਾਹਾਂ ਨਿਕਲ ਜਾਂਦੀਆਂ। 10ਵੇਂ ਪਾਤਸ਼ਾਹ ਇੱਕ ਦਿਨ ਨਾ ਇਹ ਰੋਈ ਮੇਰੇ ਕੋਲੇ। ਅੱਛਾ, ਮੈਂ ਆਖਿਆ ਮੈਨੂੰ ਇੱਕ ਗੱਲ ਦੱਸ, ਮਨ ਮੇਰਾ ਵੀ ਭੈੜਾ ਹੋਇਆ। ਠੀਕ। ਮੈਂ ਕਿਹਾ ਵੀ ਕਿਹੜੀ ਗੱਲ ਰੋਂਦੀ ਆ? ਮੈਂ ਕਿਹਾ ਜੇ ਆਪਾਂ ਅੰਮ੍ਰਿਤ ਛਕਿਆ ਕਲਗੀਆਂ ਵਾਲੇ ਦਾ, ਤੇ ਮੈਂ ਕਿਹਾ ਕਲਗੀਆਂ ਵਾਲੇ ਦਾ ਕੀ ਹਾਲ ਹੋਇਆ? ਤੇ ਮੈਂ ਕਿਹਾ ਉਹਨੇ ਦਿਲ ਛੱਡਿਆ। ਸ਼ਹਿਨशाह ਸੀ, ਦਿਲ ਛੱਡਿਆ ਉਹਨੇ, ਲੋਕ ਪਰਲੋਕ ਦਾ ਮਾਲਕ ਸੀ। ਅੱਖਾਂ ਮੇਰੀਆਂ ਦੇ ਵਿੱਚ ਪਾਣੀ ਆ ਗਿਆ। ਠੀਕ ਗੱਲ ਹੈ, ਮਤਲਬ ਇਹ ਅੱਖਾਂ 'ਚ ਪਾਣੀ ਆਇਆ 10ਵੇਂ ਪਾਤਸ਼ਾਹ ਦੇ ਗੱਲ ਕਰਕੇ, ਆਪਣੇ ਪੁੱਤਰਾਂ ਨੂੰ ਯਾਦ ਕਰਕੇ ਨਹੀਂ ਆਇਆ। ਚਲੋ ਕੋਈ ਗੱਲ ਨਹੀਂ। ਤੁਸੀਂ ਵੇਖਿਓ ਸਤਿਗੁਰੂ ਕਿਰਪਾ ਕਰਨਗੇ, ਜਿਸ ਦਿਨ ਇਹ ਗੱਲਬਾਤ ਤੁਹਾਡੀ ਸਾਰੀ ਸੰਗਤ ਤੱਕ ਪਹੁੰਚਣੀ ਹੈ ਨਾ, ਤੁਸੀਂ ਹੈਰਾਨ ਹੋ ਜਾਣਾ ਵੀ ਸਾਡੇ ਇੰਨੇ ਪੁੱਤਰ ਬੈਠੇ ਸੀ ਵਿਦੇਸ਼ਾਂ 'ਚ, ਸਾਡੀਆਂ ਇੰਨੀਆਂ ਧੀਆਂ ਸੀ ਵਿਦੇਸ਼ਾਂ 'ਚ। ਬਹੁਤ ਜ਼ਿਆਦਾ ਉਹ ਮਦਦ ਕਰਦੇ ਨੇ। ਹਾਂਜੀ ਵਾਹਿਗੁਰੂ ਜੀ, ਜਦੋਂ ਮਹਾਰਾਜ ਜੀ ਨੇ ਆਪਦੇ ਬੱਚੇ ਜੰਗ ਦੇ ਵਿੱਚ ਘਲਾਤੇ, ਹਾਂ, ਆਪਣੇ ਹੱਥੀਂ ਤੋਰੇ ਤਿਆਰ ਕਰ ਕਰਕੇ, ਤੇ ਮਹਾਰਾਜ ਜੀ ਨੂੰ ਪੁੱਛਿਆ ਉਹਨੇ, ਮਹਾਰਾਜ ਜੀ ਨੇ ਪੁੱਛਿਆ ਉਹਨੂੰ ਵੀ ਆਪਣੇ ਬੱਚੇ ਕਿੱਥੇ ਆ? ਜੀ, ਉਹ ਮੈਂ ਤਾਂ ਉਹਨਾਂ ਦੀਆਂ ਸ਼ਾਦੀਆਂ ਕਰਤੀਆਂ। ਉਹਨੂੰ ਵਿਖਾਏ, ਉਹਨੇ ਸੱਚਖੰਡ ਦੇ ਵਿੱਚ ਬੈਠੀ, ਉਹਦਾ ਮਨ ਜਿਹੜਾ ਸ਼ਾਂਤ ਹੋ ਗਿਆ। ਠੀਕ ਹੈ। ਪਰ ਕਈ ਵਾਰੀ ਬਾਪੂ ਜੀ, ਅੱਜ ਇਸ ਉਮਰ ਦੇ ਵਿੱਚ ਕਿਤੇ ਠੰਡੇ ਥਾਂ ਬਹਿ ਕੇ, ਤੇ ਪੁੱਤਰ ਇੱਕ ਫੌਜ 'ਚ ਸੀ, ਦੂਜੇ ਵੀ ਕਮਾਊ ਸੀ, ਅੱਜ ਕੋਠੀਆਂ ਪਈਆਂ ਹੋਣੀਆਂ, ਏਸੀ ਲੱਗੇ ਹੋਣੇ ਸੀ, ਤੇ ਮੈਂ ਤੇ ਵੇਖਣ ਡਿਆ ਤੁਹਾਡੇ ਸਿਰ ਤੇ ਛਾਤੀ ਹੈ ਨਹੀਂ। ਕੋਈ ਗੱਲ ਨਹੀਂ, ਕੋਈ ਗਿਲਾ ਨਹੀਂ। ਆ ਜੀ, ਹੁਣ ਜੋ ਹੈਗਾ ਮੈਂ ਉਹੀ ਵਿਖਾਵਾਂਗਾ, ਨਾ ਉਹਦੇ ਨਾਲੋਂ ਵੱਧ ਨਾ ਉਹਦੇ ਨਾਲੋਂ ਘੱਟ। ਆਹ ਵਾ 3 ਸ਼ਹੀਦ ਪੁੱਤਰਾਂ ਦੇ ਮਾਪਿਆਂ ਦਾ ਰਹਿਣ ਬਸੇਰਾ, ਆ ਜੇ ਇਹਨਾਂ ਦੀ ਜ਼ਿੰਦਗੀ। महाराज ने लिखा जिसका साहब डाढ़ा उसको मार ना सके कोई परवाह नहीं की जो मर्जी हो, कोई परवाह नहीं। सेहत वेख लो 74 साल की उम्र हो गई आ, ते कोई टेंशन नहीं की। वाह, आपदी सवेरे स्नान करीदा। हुण जिदन दा मतलब कमरा ढह गया वा, उदन दा यकीन करके मन्ने जे मन दुखी हो गया, ते रब दा नाम ही नहीं लगा जांदा। नहीं ते मैं डेली सुखमनी साहब दा पाठ करदा रहा। चिट्टा मैं पढ़े, मैं जेल चों पढ़ के आया। अच्छा, जेल दी कोई गलबात सुनाओ, केड़ी केड़ी जेल च रहे हो? जेल पहला इत्थे रहे ही अंम੍ਰਿਤਸਰ। अच्छा, अंम੍ਰਿਤਸਰ ते इन्हां नूं अहीं मांजिया ਤੋਂ ਨੂੰ। अच्छा, किनू किनू? जीत सिंह नूं ते ਅਤੇ ਅੱਗੇ ਨੂੰ। ਜੀਤ ਸਿੰਘ ਸੰਧੂ ਤੁਸੀਂ ਕੁੱਟਿਆ? ਹਾਂਜੀ, ਇਹ ਤੇ ਨਿਸ਼ਾਨ ਕਲਾਨੌਰ ਦਾ ਸੁਣਿਆ ਸੀ ਨਾ ਉਦੋਂ ਅਸੀਂ ਨਾਲ ਹਾਂ ਜੀ। ਤੁਸੀਂ ਨਿਸ਼ਾਨ ਸਿੰਘ ਕਲਾਨੌਰ ਦੇ ਨਾਲ ਸੀਗੇ? ਜੀ, ਉਹ ਚੱਕੀ ਬੰਦ ਸੀ। ਅੱਛਾ,
ਉਹਨੇ ਸਾਨੂੰ ਡੇਲੀ ਸਾਡੇ ਕੋਲੇ ਆਉਣਾ ਦਰਸ਼ਨ ਮੇਲੇ ਕਰਨ। ਅੱਛਾ, ਨਿਸ਼ਾਨ ਸਿੰਘ ਪਹਿਲਾਂ ਨੇ। ਬੰਦ ਸੀ, ਅੱਛਾ, ਬੜਾ ਯੋਧਾ ਤਗੜਾ ਉਹ। ਹਾਂਜੀ ਹਾਂਜੀ। ਤੇ ਉਹਨੇ ਸਾਡੇ ਕੋਲ ਦਰਸ਼ਨ ਮੇਲੇ ਆਉਣਾ, ਜਲ ਪਾਣੀ ਛਕਣਾ ਸਾਡੇ ਤੋਂ। ਤੇ ਇਹ ਕਿਤੇ ਸਾਡੇ, ਮੈਂ ਨਿਕਲਿਆ ਮੱਥਾ ਟੇਕ ਕੇ ਤੇ ਮੈਨੂੰ ਕਹਿੰਦਾ ਓਏ ਤੁਸੀਂ ਅਜੇ ਵੀ ਹੈਗੇ ਜੀ? ਆਹੋ, ਇਸ ਤਰ੍ਹਾਂ ਹੀ ਆਂਦੇ ਗੱਲ ਸੁਣੀ। ਇਦਾਂ ਹੀ ਗਲਤ ਨਹੀਂ ਨਾ। ਆਹੋ, ਆਂਦਾ ਤੁਸੀਂ ਇਦਾਂ ਹੈਗੇ ਜੇ ਅਜੇ ਵੀ। ਅਸੀਂ ਆਖਿਆ ਵੀ ਜੇਲ੍ਹ ਦੇ ਵਿੱਚ ਵੀ ਵੇਖੋ ਉਹਦਾ ਹੰਕਾਰ ਜਿਹੜਾ ਉਹ ਨਹੀਂ ਮਰਿਆ, ਮਰਿਆ ਨਹੀਂ। ਨਹੀਂ ਮਰਿਆ। ਉਹ ਹਾਂਜੀ। ਆਂਦਾ ਵੀ ਤੁਸੀਂ ਅਜੇ ਵੀ ਹੈਗੇ ਜੇ। ਅਸੀਂ ਆਖਿਆ ਵੀ ਜੇ ਨਹੀਂ ਵੀ ਹੈਗੇ ਤੇ ਤੈਨੂੰ ਵਿਖਾ ਦਿੰਨੇ ਵੀ ਅਸੀਂ ਹੈਗੇ ਆਂ ਅਸੀਂ ਅਜੇ। ਉਹ ਮੈਂ ਉਹਨਾਂ ਨੂੰ ਮਾਰੀ ਆਵਾਜ਼, ਤੇ ਨਿਸ਼ਾਨ ਸੋ ਦੇ ਅੱਗੇ ਭੜਪੂੰਜਾ ਬੜਾ। ਹਾਂ, ਉਹ ਬੜਾ ਫਰਤੀਲਾ ਸੀ। ਉਹ ਮੈਨੂੰ ਆਂਦਾ ਵੀ ਫੜ ਲੈ ਇਹਨੂੰ। ਹਾਂਜੀ। ਮੈਂ ਜਾਂਦਿਆਂ ਉਹਨੂੰ ਕੋਲੋਂ ਫੜ ਲਿਆ। ਅੱਛਾ ਨਿਸ਼ਾਨ ਸੋ ਚੰਬੜ ਗਿਆ ਉਹਨੂੰ, ਉਹਨੇ ਮਾਰਿਆ ਚੋਕੇ ਪਰੜੇ ਨੂੰ ਥੱਲੇ। ਅੱਛਾ ਦੂਜੇ ਡੈਬ ਛਿੱਤਰੀ ਕਿਸੇ ਦੇ ਅੱਟਾ ਆ ਗਈ ਹੱਥ 'ਚ, ਕਿਸੇ ਦੇ ਜਿੱਤਰ ਆ ਗਿਆ। ਅੱਛਾ, ਉੱਥੇ ਤਾਂ ਇਹੋ ਕੁਝ ਹੀ। ਇਹੋ ਹਾਥੀ ਇਹੋ ਕੁਝ ਹੀ ਮਿਲਦਾ ਸੀ। ਅਸੀਂ ਚੰਗੀ ਤੌਣੀ ਚਾੜੀ ਇਹਨੂੰ ਉੱਥੇ ਰੱਖ ਕੇ। ਫਿਰ ਉਹ ਸੂਬੇਡੈਂਟ ਜਿਹੜਾ ਉਹ ਸਾਡਾ ਯਾਰ ਬੜਾ ਸੀ, ਅੱਛਾ, ਉਹਨੇ ਆਖਿਆ ਵੀ ਚੱਲ ਇੰਨੀ ਬੜੀ, ਉਹ ਵੀ ਲੱਗਦਾ ਸੀ ਨਾ ਉਹਦੇ ਨਾਲ। ਉਹਦੇ ਤੇ ਵੀ ਰੋਹ ਪਾਉਂਦਾ ਹੋਣਾ ਅੰਦਰ ਰਹਿ ਕੇ ਵੀ। ਪੂਰਾ ਆ ਗਏ। ਆਹੋ, ਇਹ ਉਹ ਮੁੜ ਕੇ ਉਹਨਾਂ ਨੂੰ ਕੱਢ ਕੇ ਇਹਨਾਂ ਨੇ ਤੇ 40 ਚੱਕਿਆਂ 'ਚ ਕਰਤਾ ਤੇ ਸਾਨੂੰ ਚੋਕੇ ਦੇ ਨਾਲ ਜਲੰਧਰ ਸੁੱਟਤਾ। ਅੱਛਾ, ਉੱਥੇ ਜਲੰਧਰ। ਅੱਛਾ, ਪਹਿਲਾਂ ਤੁਹਾਡੇ ਕਾਬੂ ਜੀਤ ਸਿੰਘ ਸੰਧੂ ਆਇਆ। ਹਾਂਜੀ। ਤੇ ਬਾਅਦ ਦੇ ਤੇ ਇਹਦੀ ਫਿਰ ਚੰਗੀ ਛਤਰਾਵਲ ਫਿਰ ਚੰਗੀ ਰੀਝ ਨਾ ਕੀਤੀ। ਇਹਨੂੰ ਅਸੀਂ ਇੱਕ ਵਾਰੀ ਇਹਦੀ ਜਿੰਨੀ ਹੱਥੋਂ ਤਸੱਲੀ ਹੋਈ ਹਾਂਜੀ ਨਹੀਂ ਕੀਤੀ ਅਸੀਂ। ਅੱਛਾ, ਹਾਂ, ਮਤਲਬ ਫਿਰ ਉਹ ਜੇਲ੍ਹ ਪੁਲਿਸ ਅਲਾਰਮ ਹੋ ਗਿਆ ਸੀ ਕਿ ਜਾਂ ਹਾਂਜੀ ਅਲਾਰਮ ਚੀਟੀ ਮਾਰ ਦਿੰਦੇ। ਉਹਨਾਂ ਫਿਰ ਉਹ ਤੁਹਾਨੂੰ ਜੇਲ੍ਹ ਵਾਰਡਨਾਂ ਹੀ ਆਣ ਕੇ ਛਡਾਇਆ। ਹਾਂਜੀ ਹਾਂਜੀ ਹਾਂਜੀ। ਜੇ ਉਹ ਅਲਾਰਮ ਕਰ ਦਿੰਦੇ, ਪੱਗ ਪੁੱਗ ਲੱਥ ਗਈ, ਸਿਰ ਖਿੱਲਰ ਗਿਆ। ਦੋ ਅਸੀਂ ਉਹਦੇ ਉਹਦਾ ਮੰਦਾ ਹੱਲ ਕਰਤਾ। ਅੱਛਾ, ਹਾਂਜੀ। ਤੇ ਜੇ ਉਹ ਤੇਗਾ ਵੱਜਾ ਸਾਨੂੰ ਤੇ ਅਸੀਂ ਉਹਨੂੰ ਵੀ ਮਗਰੇ, ਉਹ ਭੱਜ ਗਿਆ ਨਾ ਮਗਰੇ, ਉਹ ਵੀ ਨਾਲ। ਅੱਛਾ, ਤੇਗਾ ਵੀ ਉਦੋਂ ਜੇਲ੍ਹ 'ਚ ਸੀਗਾ? ਹਾਂਜੀ ਹਾਂਜੀ। ਅੱਛਾ, ਉਹ ਨਾਲ ਹੀ ਤੇਗਾ ਵੀ ਢਾ ਲਿਆ ਤੁਸੀਂ? ਇੱਕ ਸਾਈਡ ਪੁਲਿਸ ਸਾਰੀ ਰਹਿੰਦੀ ਸੀ, ਇੱਕ ਬੰਨੇ ਅਸੀਂ ਰਹਿੰਦੇ। ਗੱਲ ਇਹ ਆ, ਇੱਕ ਗੱਲ ਥੋੜੀ ਜਿਹੀ ਕਲੀਅਰ ਕਰਦੇ ਆ ਕਿ ਪਿਛਲੀ ਦਿਨੀ ਤੁਸੀਂ ਇੱਕ ਵੀਡੀਓ ਵੇਖੀ ਸੀ, ਇੱਕ ਬੀਬੀ ਗੋਇੰਦਵਾਲ ਸਾਹਿਬ ਦੀ ਨਾਲ ਮੈਂ ਇੰਟਰਵਿਊ ਕੀਤੀ ਸੀ, ਤੇ ਉਹ ਇੱਕ ਥਾਣੇਦਾਰ ਦਾ ਜ਼ਿਕਰ ਕਰਦੀ ਸੀ, ਉਹਦਾ ਨਾਂ ਤੇਗ ਬਹਾਦਰ ਸੀ। ਇਹੋ ਹੀ ਆ ਨਾ, ਐਡਾ ਵਧੀਆ ਤੇ ਐਡਾ ਵੱਡਾ ਕਿ ਉਹਨੂੰ ਆਪ ਸ਼ਬਦ ਬੋਲਣ ਲੱਗਿਆ ਵੀ ਬੜਾ ਡਰ ਆਉਂਦਾ ਜੇ। ਪਰ ਉਹ ਤੇਗੇ ਨੂੰ ਵੀ ਇਹਨਾਂ ਨੇ ਚੰਗਾ ਉੱਥੇ ਉਹ ਛਤਰ ਫੇਰਿਆ ਜੇ ਇਹਨਾਂ ਨੂੰ। ਹਾਂਜੀ, ਮੈਂ ਨਾ ਪਿਛਲੇ ਦਿਨੀ ਸੂਬੇ ਸਰਹੰਦ ਨੂੰ ਛਤਰ ਵਰਿਆ। ਹਾਂਜੀ। ਤੇ ਬੜਾ ਮਾਣ ਸਤਿਕਾਰ ਹੋ ਰਿਹਾ, ਤੇ ਸੰਗਤ ਨੂੰ ਹੁਣ ਪਤਾ ਲੱਗਾ ਵੀ ਤੁਸੀਂ ਜੀਤ ਸਿੰਘ ਸੰਧੂ ਨੂੰ ਤੇ ਤੇਗੇ ਨੂੰ ਛਤਰ ਮਾਰੇ। ਮੈਂ ਨਾ ਉਹਨਾਂ ਇੱਕ ਤੇ ਮਰ ਗਿਆ ਜੇ, ਉੱਟਦਾ ਮਾਰਿਆ ਜੀ, ਉਹ ਗੜੀ ਦੀ ਲੀਹ ਤੇ ਜਾ ਕੇ ਮਰ ਗਿਆ। ਆ ਜੀਤ ਸਿੰਘ ਸੰਧੂ ਮਰ ਗਿਆ? ਮਰ ਤੇਗਾ ਵੀ ਗਿਆ ਜੇ? ਉਹ ਮਰ ਗਿਆ ਉਹਨਾਂ ਤੇ ਉਹਦੀ ਕੋਠੀ ਦੇ ਵਿੱਚ ਕਬੂਤਰ ਦਏ ਜੇ ਬੋਲਣ। ਬੋਲਣੇ ਹੀ ਆ ਜਦੋਂ ਮਾਵਾਂ ਦੇ ਪੁੱਤ ਮਾਰੇ ਆ। ਅੰਮ੍ਰਿਤਸਰ ਰੋਡ ਤੇ ਜੇ ਕੋਠੀ ਉਹਦੀ। ਅੱਛਾ, ਜਲੰਧਰ ਰੋਡ ਤੇ। ਅੱਛਾ, ਮਾਨਾ ਵਾਲਾ ਪਿੰਡ ਆ ਉਹਦਾ? ਮਾਨਾ ਵਾਲਾ, ਮੈਂ ਖੁਦ ਹੀ ਗਿਆ ਉੱਥੇ। ਅੱਛਾ, ਹਾਂ, ਗਏ ਅਸੀਂ ਆਪ। ਹਾਂਜੀ। ਵਾਹ, ਬਾਪੂ ਨਰਿੰਦਰ ਸਿੰਘ, ਤੁਸੀਂ ਤੇ ਯੋਧੇ ਹੋ, ਤੇ ਫਿਰ ਯੋਧੇ ਦੇ ਫਿਰ ਪੁੱਤਰ ਵੀ ਯੋਧੇ ਹੀ ਹੋਣੇ ਆ। ਬੜੇ ਚਲੋ, ਬੇਸ਼ੱਕ ਉਹਨਾਂ ਦੇ ਬਹੁਤੇ ਵੱਡੇ ਕਾਰਨਾਮਿਆਂ ਬਾਰੇ ਪਤਾ ਨਹੀਂ ਤੁਹਾਨੂੰ, ਕਿ ਪਤਾ ਜੇ ਕਿਹੜੇ ਕਿਹੜੇ ਸਿੰਘਾਂ ਨਾਲ, ਜਿਸ ਤਰ੍ਹਾਂ ਜਹਦਰ ਮਾਨੋਚਾਲ ਜੀ ਨਾਲ ਰਹੇ ਨੇ, ਤੁਸੀਂ ਦੱਸਿਆ ਰਵੇਲ ਸਿੰਘ ਫੌਜੀ ਪੱਖੋਕਿਆਂ ਵਾਲੇ ਨਾਲ ਰਹੇ ਨੇ। ਹਾਂਜੀ ਹਾਂਜੀ। ਤੇ ਮਤਲਬ ਵੱਡੇ ਸਿੰਘਾਂ ਦੇ ਨਾਲ ਚੰਗੇ ਕਾਰਨਾਮੇ ਕੀਤੇ। ਪੂਰੇ ਤੱਕੜ ਕੰਮ ਕੀਤੇ ਉਹਨਾਂ, ਜਿਹੜੇ ਉਹਨਾਂ ਤੋਂ। ਅੱਛਾ, ਜਦੋਂ ਇਹ ਸ਼ਹੀਦ ਹੋ ਜਾਂਦੇ ਆ ਤੁਹਾਡੇ ਪੁੱਤਰ, ਵਾਰੀ ਸ਼ਹੀਦ ਹੁੰਦੇ ਆ, ਤੇ ਇਹਨਾਂ ਦੇ ਸਰੀਰ ਮਿਲੇ ਤੁਹਾਨੂੰ? ਨਹੀਂ ਜੀ। ਆਪਣੇ ਹੱਥੀਂ ਜਾਂ ਕੋਈ ਕੀਤਾ ਹੋਇਆ ਸੰਸਕਾਰ? ਨਹੀਂ ਨਹੀਂ ਨਹੀਂ, ਨਹੀਂ ਕੀਤੇ ਨਾ। ਸਾਨੂੰ ਵੇਖਣ ਹੀ ਨਹੀਂ ਦਿੱਤਾ ਉਹਨਾਂ, ਕਿਤੇ ਪਤਾ ਹੀ ਨਹੀਂ ਲੱਗਾ ਤੁਹਾਨੂੰ? ਕਦੋਂ ਪਤਾ ਲੱਗਦਾ ਰਿਹਾ ਸਿੰਘਾਂ ਕੋਲ ਵੀ ਸ਼ਹੀਦ ਹੋ ਗਏ ਨੇ? ਆਪੇ ਦੱਸ ਜਾਂਦੀ, ਜਥੇਬੰਦੀ ਦੱਸ ਜਾਂਦੀ ਰਹੀ। ਜਥੇਬੰਦੀ ਜਾ? ਹਾਂਜੀ ਹਾਂਜੀ। ਕੋਈ ਨਾ ਕੋਈ ਵਿੱਚੋਂ ਜਿਹੜਾ ਨਾਲ ਦਾ ਸਿੰਘ ਬੱਚਾ ਖੁੱਟਿਆ ਹੁੰਦਾ ਸੀ। ਹਾਂ। ਤੇ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਫਲਾਣਾ ਸਿੰਘ ਸ਼ਹੀਦ ਹੋ ਗਿਆ, ਤੇ ਉਹ ਜਿਸ ਤਰ੍ਹਾਂ ਕਿਸੇ ਦਾ ਸਮਾਚਾਰ ਜਾਂਦਾ ਸੀ, ਉਸ ਤਰ੍ਹਾਂ ਘਲਾ ਦਿੰਦੇ। ਠੀਕ ਆ। ਅੱਛਾ, ਇੱਕ ਗੱਲ ਬਾਪੂ ਨਰਿੰਦਰ ਸਿੰਘ ਜੀ, ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ ਕਿ ਜਿਹੜੇ ਸਿੰਘਾਂ ਦੇ ਸੰਸਕਾਰ ਹੋਏ ਨੇ ਨਾ ਹਰੀਕੇ, ਤਰਨਤਾਰਨ ਤੇ ਪੱਟੀ ਦੇ ਸ਼ਮਸ਼ਾਨ ਘਾਟਾਂ 'ਚ, ਹਾਂਜੀ, ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟਾਂ 'ਚ, ਤੇ ਇਹ ਉਦੋਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਇੱਕ ਲਿਸਟ ਬਣਾਈ ਸੀ ਖਾਲੜਾ ਜੀ ਨੇ, ਤੇ ਉਹਨਾਂ ਨੂੰ ਮੁੜ ਕੇ ਪੌਣੇ 2 ਲੱਖ ਰੁਪਇਆ ਮੁਆਵਜ਼ਾ ਵੀ ਮਿਲਿਆ ਸੀ। ਸਾਨੂੰ ਤੇ ਕਿਸੇ ਨੇ 1 ਰੁਪਇਆ ਨਹੀਂ ਜੇ ਦਿੱਤਾ। ਨਹੀਂ, ਮਤਲਬ ਤੁਹਾਡਾ ਉਹ ਲਿਸਟ 'ਚ ਨਾਂ ਨਹੀਂ ਆਇਆ ਤੁਹਾਡੇ ਸਿੰਘਾਂ ਦਾ? ਸਾਨੂੰ ਨਾਂ ਤੇ ਇਹ ਵੀ ਨਹੀਂ ਗਾ ਸਾਨੂੰ ਪਤਾ ਵੀ ਉਹ ਲਿਸਟ ਉਹਨਾਂ ਬਣਾਈ ਆ ਕਿ ਨਹੀਂ ਬਣਾਈ, ਸਾਨੂੰ ਨਹੀਂ ਜੇ ਇਸ ਬਾਰੇ ਕਿ ਨਹੀਂ। ਇਹ ਜ਼ਰੂਰ ਇਸ ਗੱਲ ਦਾ ਪਤਾ ਕਰਾਂਗੇ, ਹੋ ਸਕਦਾ ਉਹਨਾਂ 'ਚ ਨਾ ਹੋਵੇ ਤੁਹਾਡੇ ਬੱਚਿਆਂ ਦਾ, ਹੋ ਸਕਦਾ ਕੋਈ ਹੋਰ ਪਲਟੀ ਮਾਰ ਗਿਆ ਹੋਵੇ, ਤੇ ਮੈਂ ਕਹਿ ਨਹੀਂ ਸਕਦਾ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਅੱਛਾ, ਉਹ ਜਿਹੜਾ ਵਾ ਚਾਂਸ, ਜਿਹੜੀ ਤੁਹਾਨੂੰ ਗੱਲ ਮੈਂ ਲੱਗਾ ਦੱਸਣ। ਹਾਂਜੀ। ਸਾਨੂੰ ਕੋਈ ਪੁੱਛਿਆ ਮੈਨੂੰ ਕਿਸੇ ਨੇ ਵੀ ਤੁਸੀਂ ਖੜਕੂ ਲਹਿਰ ਦੇ ਵਿੱਚ ਰਹੇ ਜੇ, ਤੇ ਕੋਈ ਤੁਹਾਡੇ ਕੋਲੇ ਪੈਸਾ ਟਕਾ ਤੁਸੀਂ ਕਿਤੇ ਲੁੱਟ ਮਾਰ ਕੀਤੀ ਆ? ਮੈਂ ਉਹਨੂੰ ਆਖਿਆ, ਮੈਂ ਕਿਹਾ ਵੀ ਜੇ ਲੁੱਟ ਮਾਰ ਵਾਲਾ ਕੰਮ ਹੁੰਦਾ ਨਾ, ਜੇ ਅਸੀਂ ਪੈਸੇ ਇਕੱਠੇ ਕੀਤੇ ਹੁੰਦੇ, ਸਵਾਰੀ ਸੜਕ ਤੇ ਘੁੰਮਣੀ ਭਾਵੇਂ 10 ਦਿਨ ਨਹੀਂ ਘੁੰਮਦੀ। ਤੇ ਮੈਂ ਕਿਹਾ ਅਸੀਂ ਤਾਂ ਤੇਰੇ ਸਾਹਮਣੇ ਮਿਹਨਤ ਆਪਦੀ। ਨਹੀਂ, ਉਹ ਹੁਣ ਆ ਕੈਮਰੇ ਦੀ ਅੱਖ ਨਾਲ ਵੇਖ ਲੈਣਾ
ਹਾਂਜੀ ਵੀ ਕਿੰਨੀਆਂ ਕੁ ਲੁੱਟਾਂ ਮਾਰਾਂ ਕੀਤੀਆਂ। ਜਿਹੜੇ ਲੋਕ ਇਹ ਕਹਿੰਦੇ ਆ ਨਾ, ਕੁਝ ਹਾਂਜੀ, ਲੋਕ ਹਾਂਜੀ, ਹਾਂਜੀ। ਉਹ ਇਹ ਬਕਵਾਸ ਕਰਦੇ ਆ ਭਈ ਇਹ ਕੁਝ ਸਧਾਰਨ ਜੇ ਘਰਾਂ ਦੇ ਨੌਜਵਾਨ ਜਿਹੜੇ ਹਥਿਆਰ ਚੁੱਕ ਲਏ ਹੀ ਲੁੱਟਾਂ ਖੋਹਾਂ ਕਰ ਹਾਂਜੀ ਲਈ। ਹਾਂਜੀ ਹਾਂਜੀ ਹਾਂਜੀ। ਓਏ ਆ ਵੇਖੋ ਇਹ ਗੌਰ ਨਾਲ ਹਾਂ ਸਿਰ ਤੇ ਛਾਤੀ ਹੈ ਨਹੀਂ। ਬਿਲਕੁਲ ਬਿਲਕੁਲ ਬਿਲਕੁਲ। ਆ ਜੇ ਵੇਖੋ ਹਾਲਾਤ ਹਾਂਜੀ ਆ ਛੱਪਰ ਚ ਰਹਿੰਦੇ ਜੇ। ਆ ਵੇਖੋ ਕੀ ਜ਼ਿੰਦਗੀ। ਹਾਂਜੀ ਹਾਂਜੀ। ਜੇ 40 ਰੁਪਏ ਅੱਧੀ ਦਿਹਾੜੀ ਚ ਕਮਾਏ ਆ ਤੇ 100-150 ਹੀ ਬਣਦਾ ਹੋ ਕਈ ਵਾਰੀ ਤਾਂ। ਹਾਂਜੀ ਹਾਂਜੀ। ਇੰਨੀ ਮਹਿੰਗਾਈ ਦੇ ਵਿੱਚ ਟਾਈਮ ਪਾਸ ਜਿਹੜਾ ਨਾ, ਮਤਲਬ ਕਹਿਣ ਦਾ ਭਾਵ ਸਬਰ ਸੰਤੋਖ ਪੂਰਾ ਵਾ। ਪੂਰੀ ਕੋਈ ਟੈਨਸ਼ਨ ਨਹੀਂ ਗਈ। ਕਣਕ ਪੈਨਸ਼ਨ ਸਾਡੀ ਲੱਗੀ 2 ਜਣਿਆਂ ਦੀ, ਜਿਹੜੀ ਸਰਕਾਰ ਵੱਲੋਂ ਲੱਗੀ ਬੁਢਾਪਾ ਪੈਨਸ਼ਨ। 3000 ਸਾਨੂੰ ਆਉਂਦਾ, ਉਹ ਠੀਕ ਆ। ਕਣਕ ਸਾਨੂੰ ਸਰਕਾਰੀ ਮਿਲ ਜਾਂਦੀ ਆ। ਠੀਕ ਆ। ਤੇ ਅਸੀਂ ਆਪਣਾ ਜਿਹੜਾ ਖੰਡ ਪੱਤੀ ਜੋਗੇ, ਜੇ ਸਾਡਾ ਕਿਤੇ ਪੁੱਤਰਾ ਸਾਡਾ ਬੈਠਾ ਵਾ, ਜੇ ਕਿਤੇ ਕਮੀ ਸ਼ਮੀ ਵੱਜਦੀ ਸਾਨੂੰ ਇਹ ਨਾਲ ਸਾਰਾ ਕਰ ਦਿੰਦਾ। ਜਿਹੜਾ ਤੁਹਾਡਾ ਜਵਾਈ ਭਾਈ ਆ, ਜੀ, ਹਾਂਜੀ, ਹਾਂਜੀ। ਮਤਲਬ ਹੁਣ ਤੁਹਾਡਾ ਪੋਤੀ ਆ ਕੇ ਇੱਕ ਹਿਸਾਬ ਨਾਲ, ਕਿਉਂਕਿ ਪੁੱਤ ਸਮਝ ਕੇ ਤੁਸੀਂ ਇੱਥੇ ਬੈਠੇ ਹੋ। ਪੁੱਤ ਪੈ ਕੇ ਠੀਕ ਆ। ਹਾਂ, ਸਾਨੂੰ ਇਹਨੇ ਜਿਸ ਤਰ੍ਹਾਂ ਵੀ ਰਾਤ ਨੂੰ ਆਉਣਾ, ਦਿਨੇ ਆਉਣਾ, ਸਾਨੂੰ ਪੁੱਛਣਾ ਵੀ ਹਾਂ ਬਜ਼ੁਰਗੋ ਸੁੱਤੇ ਜੇ, ਰੋਟੀ ਪਾਣੀ ਖਾ ਲਿਆ ਜੇ। ਅਸੀਂ ਇਹਨੂੰ ਕਹਿ ਦੇਣਾ ਵੀ ਬੇਟਾ ਖਾ ਲਿਆ ਰੋਟੀ ਪਾਣੀ ਹੈ। ਤੇ ਸੋਹਣਾ ਟਾਈਮ ਪਾਸ ਹੁੰਦਾ ਜਾਂਦਾ। ਕੋਈ ਗੱਲ ਨਹੀਂ ਏਡੀ ਕੋਈ ਬਾਪੂ ਜੀ ਇੰਨਾ ਹਾਲਾਤਾਂ 'ਚ ਵੀ ਸੋਹਣਾ ਟਾਈਮ, ਸਿਰ ਤੇ ਛੱਤ ਨਹੀਂ, ਮਹਾਰਾਜ ਕਰਨਾ ਤੇ ਆਮਦਨ ਦਾ ਸੀਮਤ ਸਾਧਨ ਆ। ਰਾਤ ਨੂੰ ਵਿਹੜੇ 'ਚ ਮੱਛਰ ਲੜਦਾ, ਮੱਛਰਦਾਨੀਆਂ ਲਾ ਕੇ ਵਿੱਚ ਵੜ ਜਾਈਦਾ ਜੇ। ਅੱਛਾ। ਪੱਖਾ ਵੀ ਨਹੀਂ ਲਾਉਂਦੇ ਅਸੀਂ। ਅੱਛਾ। ਰਾਤ ਨੂੰ ਪੱਖਾ ਨਹੀਂ ਲਾਉਂਦੇ ਅਸੀਂ, ਪੱਖਾ ਲਾਉਂਦੇ ਰਾਤ ਤੇ ਫਿਰ ਵੀ ਪੂਰੇ ਆਨੰਦ ਨਾਲ ਨੀਂਦ ਆਉਂਦੀ ਆ। ਮੈਂ ਨਾ ਅਸੀਂ ਸੁੱਤੇ ਪਏ ਬਾਜ ਨਹੀਂ ਦਿੰਦੇ ਕਿਸੇ ਨੂੰ। ਤੇ ਹੁਣ ਤੇ ਅਸੀਂ ਸੁੱਖ ਦੀ ਰੋਟੀ ਖਾਂਦੇ, ਸੁੱਖ ਦਾ ਹੀ ਅਸੀਂ ਸੌਂਦੇ ਆ। ਕੋਈ ਦਿਲ ਦੇ ਵਿੱਚ ਪਾਪ ਨਹੀਂ ਗਾ ਕਿ ਪਤਾ ਨਹੀਂ ਹੋਣਾ ਕੀ ਆ। ਤੇ ਜੋ ਕਲਗੀਆਂ ਵਾਲਾ ਕਰਦਾ ਸੋਹਣਾ ਕਰਦਾ, ਬੜੀ ਰਹਿ ਤੇ ਸਹੀ ਕਰਦਾ, ਜੋ ਕਰਦਾ ਸਹੀ ਕਰਦਾ। ਸਤਿਗੁਰੂ ਨੇ ਕਿਰਪਾ ਕੀਤੀ ਅੱਜ। ਤੇ ਅੱਜ ਸਾਨੂੰ ਹੁਕਮ ਲਾਇਆ ਵੀ ਜਾਓ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਪੁੱਤਰਾਂ ਦੀ ਗੱਲ ਸੰਗਤ ਤੱਕ ਪਹੁੰਚਾਓ। ਬਸ ਜੀ, ਬਸ ਬਸ। ਔਰ ਬਾਪੂ ਜੀ ਮੈਨੂੰ ਤੇ ਗੱਲ ਸੁਣ ਕੇ ਵੀ ਤੁਸੀਂ ਅਜੀਤ ਸਿੰਘ ਸੰਧੂ ਨੂੰ ਛੱਤਰ ਮਾਰੇ ਆ ਆਪਣੇ ਹੱਥੀਂ। ਬਿਲਕੁਲ ਕੁੱਟਿਆ, ਉਹਦੇ ਵਾਲ ਖੋਏ ਚੰਗੇ, ਬੜਾ ਮੰਦਾ ਹਾਲ ਕੀਤਾ ਸੀ ਉਹਦਾ। ਤੇ ਨਾਲ ਤੇਗੇ ਦੇ ਵੀ ਮਾਰੇ ਆ। ਉਹਨੂੰ ਐਨ ਲਾਲ ਹੀ ਜਿੱਦਣ ਗਿਆ ਕੁੜੀਆ ਵਾ ਟਮਾਟਰ ਵਰਗਾ। ਅੱਛਾ। ਇਹਦੀ ਮੱਤ ਮਾਰਤੀ ਸੀ, ਰਲਾਤਾ ਮਿੱਟੀ ਦੇ ਵਿੱਚ ਇਹਨੂੰ ਕੁੱਟ ਕੇ। ਅੱਛਾ। ਇਹ ਅਜੀਤ ਸਿੰਘ ਸੰਧੂ ਦੋ ਨੂੰ ਮੰਨਦਾ। ਅੱਛਾ। ਬੜਾ ਫੇਟਾ ਵਾਰੀ ਕੁੱਟਿਆ ਇਹਨਾਂ ਨੂੰ। ਮੇਰਾ ਜੀ ਕਰਦਾ ਮੈਂ ਘੜੀ ਮੁੜੀ ਇਹੋ ਗੱਲ ਸੁਣੀ ਜਾਵਾਂ, ਸੰਗਤ ਨੂੰ ਵੀ ਇਹ ਗੱਲ ਚੰਗੀ ਲੱਗਣੀ ਆ। ਬੜੇ ਹਜ਼ਾਰਾਂ ਮਾਵਾਂ ਦੇ ਪੁੱਤ ਮਾਰੇ ਆ ਅਜੀਤ ਇਹ ਸੰਧੂ ਨੇ, ਗਿਣ ਕੇ ਮਾਰੇ ਇਹਨਾਂ, ਬਹੁਤ ਜ਼ਿਆਦਾ ਘਰਾਂ ਦੇ ਘਰ ਤਬਾਹ ਕਰਤੇ ਆ। ਜਦੋਂ ਮੈਨੂੰ ਇਹਨਾਂ ਫੜ ਕੇ ਲਿਆਂਦਾ ਨਹਿਰ ਤੇ, ਹਾਂਜੀ, ਆ ਜਿਹੜੀ ਨਹਿਰ ਆ ਰਾਜਸਥਾਨ ਵਾਲੀ, ਹਾਂਜੀ, ਤੇ ਉਹਨੇ ਮੈਨੂੰ ਪੁੱਛਿਆ ਵੀ ਆਂਦਾ ਅੱਜ ਤੇਰਾ ਆਖਰੀ ਟਾਈਮ ਆ। ਅੱਛਾ। ਮੈਂ ਉਹਨੂੰ ਕੌਣ ਪੁੱਛਦਾ ਸੀ? ਉਹ SHO ਨਾਲ ਅਫਸਰ ਹੀ, ਉਹ ਕੋਈ ਪਤਾ ਨਹੀਂ ਮੈਨੂੰ ਉਹਦਾ ਨਹੀਂ ਪੱਕਾ ਪਤਾ ਵੀ ਕੌਣ SSP DSP ਕੋਈ ਹੈਗਾ ਇਹੋ ਜਿਹਾ। ਅੱਛਾ। ਮੈਂ ਉਹਨੂੰ ਇੱਕੋ ਗੱਲ ਦੱਸੀ, ਮੈਂ ਕਿਹਾ ਜੇ ਤੇ ਮੇਰਾ ਅੰਜਲ ਹੋਇਆ ਵਧਿਆ, ਮੈਂ ਕਿਹਾ ਤੂੰ ਮੇਰਾ ਵਾਲ ਵਿੰਗਾ ਨਹੀਂ ਕਰ ਸਕਦਾ। ਬਿਲਕੁਲ ਠੀਕ ਕਿਹਾ ਉਹਨੂੰ ਮੈਂ, ਬਿਲਕੁਲ ਠੀਕ। ਤੇ ਮੈਂ ਕਿਹਾ ਜੇ ਮੇਰੇ ਦਾਣੇ ਘਟੇ ਹੋਏ ਤੇ ਮੈਂ ਕਿਹਾ ਫੇਰ ਮੈਂ ਤੇਰੇ ਮਾਰਨ ਤੋਂ ਬਿਨਾਂ ਵੀ ਮਰ ਜਾਣਾ। ਤਿੰਨੋਂ ਨਾ ਫਾਇਰ ਕੀਤੇ ਮੇਰੇ ਤੇ। ਠੀਕ ਆ। ਚੱਲਿਆ ਇੱਕ ਨਹੀਂ ਆ। ਅੱਛਾ। ਤਿੰਨੇ ਮਿਸ ਹੋ ਗਏ। ਠੀਕ ਆ। ਤੇ ਮੈਂ ਕਿਹਾ ਇਹੋ ਮਿਸ ਮੈਨੂੰ ਫੜਾ ਦੇ। ਆਹੋ। ਤੇ ਮੈਂ ਕਿਹਾ ਤੁਸੀਂ ਵੇਖੀ ਜਾਂਦੇ ਕਿ ਇਹਨੂੰ ਜੀ। ਆ ਵੇਖਿਓ ਇਹੋ ਚੱਲਦੇ। ਤੇ ਉਹ ਆਂਦਾ ਵੀ ਹੱਥ ਜੋੜ ਕੇ ਕਹਿੰਦਾ ਇਹਨੂੰ ਲੈ ਜਾਓ ਪਿੱਛੇ। ਲੈ ਫੇਰ ਮੈਨੂੰ। ਵਾਹ। ਅੱਛਾ, ਸ਼ਹੀਦ ਪਰਿਵਾਰ ਦੇ ਨਾਤੇ ਕਦੀ ਕਿਸੇ ਸਮਾਗਮ 'ਚ ਕਿਸੇ ਵੱਲੋਂ ਸਤਿਕਾਰ ਮਿਲਿਆ ਹੋਵੇ, ਸਰੋਪਾ ਮਿਲਿਆ ਹੋਵੇ? ਇਹਨਾਂ ਨੇ ਜਦੋਂ ਉਹਨਾਂ ਦਾ ਹੀ ਅਖੰਡ ਪਾਠ ਕਰਾਉਂਦੇ ਰਹੇ। ਅੱਛਾ। ਉਹ ਪਰਨੇ ਦੇ ਵਿੱਚ ਦਿੰਦੇ ਹੀ ਸਰੋਪੇ ਦੇ ਵਿੱਚ ਉਹ ਪਤਾ ਨਹੀਂ ਕਿਸੇ ਦੇ ਵਿੱਚ ਕੋਈ 500 ਪਾ ਜਾਂਦਾ ਸੀ, ਕੋਈ 1000 ਪਾ ਜਾਂਦਾ ਸੀ। ਇਹ ਨਹੀਂ ਗਾ ਕਿ ਤੈਨੂੰ ਆਖੇ ਵੀ ਉਹ ਲੱਖ ਰੁਪਈਆ ਪਾ ਗਿਆ। ਤੇ ਅਸੀਂ ਉਹ ਜਿਹੜੇ ਸਾਨੂੰ ਉਹਨਾਂ ਪੈਸੇ ਦੇਣੇ ਉਹ ਅਸੀਂ ਇਸ ਤਰ੍ਹਾਂ ਹੀ ਫੜ ਕੇ ਤੇ ਉਤਰਾ ਹੀ ਗੁਰੂ ਘਰ ਅਸੀਂ ਦਾਨ ਕਰ ਦੇਣੇ। ਅਸੀਂ ਰੱਖੜੇ ਨਹੀਂ ਆ। ਵਾਹ। ਨਹੀਂ ਰੱਖੇ। ਅਸੀਂ ਆਖੀ ਤੱਕ ਕਿਹੋ ਜਿਹੇ ਪੈਸੇ ਆਏ ਨਹੀਂ। ਚਲੋ ਸੰਗਤ ਦਾ ਪ੍ਰਸ਼ਾਦ ਹੁੰਦਾ, ਇਹ ਤੁਹਾਨੂੰ ਰੱਖ ਵੀ ਲੈਣਾ ਚਾਹੀਦਾ ਹੈ। ਅਖੰਡ ਪਾਠ ਕਰਾ ਕੇ ਉਹਨਾਂ ਦਾ। ਅੱਛਾ। ਤੇਰਾ ਸਤਿਗੁਰ ਦਾ ਨਾਮ ਲੈ ਕੇ ਤੇ ਉਹਨਾਂ ਨਾਲ ਚੰਗਾ ਸਿੰਘਾ ਚੜ੍ਹਦੀ ਕਲਾ, ਬਸ ਇੰਨਾ ਹੀ ਕਰਦੇ ਰਹੇ ਉਹਨਾਂ। ਬੜੀਆਂ ਵੀਡੀਓ ਕੀਤੀਆਂ ਨੇ ਬਾਪੂ ਜੀ, ਪਰ ਅੱਜ ਤੁਹਾਡੇ ਨਾਲ ਗੱਲ ਕਰਕੇ ਬੜਾ ਹੀ ਮਾਣ ਮਹਿਸੂਸ ਹੋਇਆ। ਪਤਾ ਕੀ ਆ, ਜੇ ਅੱਜ ਰੋਈ ਜਾਵਾਂਗੇ, ਰੋਣ ਅੱਖਾਂ 'ਚ ਰੋਣ ਤੇ ਗਿਆ ਆ। ਹਾਂ। ਤੇ ਪਰ ਜੇ ਰੋਈ ਜਾਵਾਂਗੇ ਤੇ ਉਹਦਾ ਕੋਈ ਹੱਲ ਮੁੜ ਥੋੜਾ ਹੋਣਾ। ਹੱਲ ਤੇ ਹੋਣਾ ਨਹੀਂ ਆ। ਤੇ ਫਿਰ ਲਾਗਲੇ ਦਾ ਵੀ ਮਨ ਦੁਖੀ ਕਰਨਾ ਆਪਾਂ। ਤੇ ਨਾਲੇ ਦੁਸ਼ਮਣ ਖੁਸ਼ ਹੁੰਦੇ ਆ ਵੀ ਹੁਣ ਚੇਤੇ ਕਰ ਹੁੰਦੇ ਆ। ਹਾਂ। ਇਹ ਅੱਜ ਮੁੰਡਾ ਸਾਡੇ ਨਾਲ ਇੱਕ ਲੱਖਾ ਮਰੜ, ਉਹਦਾ ਬੜਾ ਨਾਮ ਮਸ਼ਹੂਰ ਸੀ। ਹਾਂਜੀ। ਉਹਦਾ ਭਰਾ ਮਰ ਗਿਆ ਤੇ ਉਹ ਬੱਸ ਜਾਣ ਡਈ ਤੇ ਅਸੀਂ ਵੀ ਜਾਣ ਡਏ ਹਾਂ ਤੇ ਉਹਨਾਂ ਰੋਣ ਦਈ ਤੇ ਇਹਨੇ ਜਾਇਦਾਨੀ ਨੇ ਆਖਿਆ ਕੀ ਗੱਲ ਅੱਜ ਰੋਣ ਦਈ ਆ?
ਮੇਰਾ ਭਰਾ ਸ਼ਹੀਦ ਹੋ ਗਿਆ, ਇਹ ਆਂਦੀ ਉਹਨੂੰ ਆਂਦੀ ਮਾਰੂ ਚਪੇੜਾ ਬੂਥੇ ਦੇ ਉੱਤੇ, ਜਿੱਦਣ ਲੋਕਾਂ ਦੇ ਮਾਰਦੇ ਸੀ ਉਹ ਉਦਣ ਨਹੀਂ ਤੈਨੂੰ ਰੋਣ ਆਉਂਦਾ, ਉਦੋਂ ਤੁਸੀਂ ਭਗੜਾ ਪਾਉਂਦੇ। ਅਰਮਾਨ ਨਾਲ ਚੁੱਪ ਕਰਕੇ ਬਹਿ ਗਈ। ਉਹ ਇੱਕ ਭਾਈ ਸਾਹਿਬ ਕਹਿੰਦਾ ਵੀਰ ਭੈਣ ਜੀ ਤੁਸੀਂ ਇਹਦੇ ਨਾਲ ਚੰਗੀ ਕੀਤੀ। ਇਦਾਂ ਵੱਟ ਚੜਦਾ ਜਦੋਂ ਕਿਸੇ ਅੱਜ ਇਹਨਾਂ ਨੂੰ ਬਣੀ ਦਾ ਜੇ ਰੋਂਦੀਆਂ ਤੇ ਜਦੋਂ ਇਹ ਲੋਕਾਂ ਦੇ ਮਾਰਦੇ ਇਹ ਭੰਗੜਾ ਪਾਉਂਦੇ। ਚਲੋ ਉਹ ਵੇਖੋ ਮਰਨਾ ਜਿਉਣਾ ਸਾਰਾ ਉਹ ਅਕਾਲ ਪੁਰਖ ਦੇ ਹੱਥ 'ਚ ਆ ਤੇ ਇਹਦੇ 'ਚ ਆ ਵੀ ਫਿਰ ਗਿਲੇ ਸ਼ਿਕਵੇ ਵੀ ਫਿਰ ਬਦਨਾਮੀਆਂ ਰੋਸੇ ਵੀ ਫਿਰ ਉਹਦੇ ਹੁਕਮ 'ਚ ਹੀ ਹੁੰਦੇ ਨੇ। ਹਾਂਜੀ ਕਰਦਾ ਉਹ ਆਪ ਹੀ ਆ ਸਾਰਾ ਕੁਝ। ਬਿਲਕੁਲ ਜੀ, ਇਹਦੇ 'ਚ ਕੋਈ ਸ਼ੱਕ ਨਹੀਂਗਾ। ਤੇ ਗੱਲ ਅੱਜ ਜੋ ਮੈਂ ਹਾਲਾਤ ਵੇਖ ਰਿਹਾ ਵਾਂ ਨਾ, ਜਿਸ ਤਰ੍ਹਾਂ ਦਾ ਤੁਸੀਂ ਜੀਵਨ ਜੀ ਰਹੇ ਹੋ ਔਰ ਫਿਰ ਵੀ ਇੰਨੀ ਸੰਤੁਸ਼ਟੀ ਆ, ਇੰਨਾ ਸਬਰ, ਇੰਨਾ ਸੰਤੋਖ, ਵਾਹ। ਇੱਕ ਇੱਕ ਬਾਪੂ ਸਾਨੂੰ ਮਿਲਿਆ ਸੀਗਾ, ਮੈਂ ਕਹਿਣਾ ਹੁੰਦਾ ਹਾਂ ਉਹਦੇ ਬਾਰੇ, ਵੀਡੀਓ ਉਹਨਾਂ ਦੀ ਮੈਂ ਵੀ ਪਾਈ ਸੀ। ਅੱਛਾ ਜੀ। ਵੀ ਉਹਨੂੰ ਕੋਈ ਪੈਸੇ ਦੇਣ ਗਿਆ ਤੇ ਆਂਦਾ ਵੀ ਮੈਨੂੰ ਨਹੀਂ ਕਿਸੇ ਚੀਜ਼ ਦੀ ਲੋੜ, ਤੇ ਜੇ ਕੋਈ ਦੇ ਆਇਆ ਤੇ ਉਹ ਜਾ ਕੇ ਤੇ ਸ਼ਾੜਾ ਸਾਹਿਬ ਵਾਲੇ ਗੁਰੂ ਘਰ 'ਚ ਚੜਾਉਂਦਾ ਹੁੰਦਾ ਸੀ। ਤੇ ਮੈਂ ਕਹਿਣਾ ਹੁੰਦਾ ਵੀ ਸਬਰ ਸੰਤੋਖ ਨੂੰ ਕਿਸੇ ਨੇ ਇਨਸਾਨੀ ਰੂਪ 'ਚ ਮਿਲਣਾ ਤੇ ਉਹ ਬਾਪੂ ਜੀ ਨੂੰ ਮਿਲ ਲਓ। ਅੱਜ ਦੂਜੀ ਵਾਰੀ ਤੁਹਾਡੇ ਦਰਸ਼ਨ ਹੋਏ ਨੇ ਭਈ, 3 ਪੁੱਤ ਸ਼ਹੀਦ ਹੋ ਗਏ ਨੇ, ਆਮਦਨ ਦਾ ਸਾਧਨ ਬੜਾ ਸੀਮਤ ਹੈ, ਸਿਰ ਤੇ ਛਾਤੀ ਹੈ ਨਹੀਂ। ਹਾਂਜੀ ਅਸੀਂ ਤੇ ਤਾਂ ਵੀ ਕੋਈ ਚਿੰਤਾ ਨਹੀਂ ਗਾ, ਮੀਂਹ ਪੈਣੇ ਆ ਕਿਸ ਤਰ੍ਹਾਂ ਟਾਈਮ ਪਾਸ ਹੋਊ। ਖਾਲਸਾ ਜੀ ਵੇਖੋ ਕਿਰਪਾ ਕਰੇ ਮੇਰਾ ਬਾਪੂ ਨਾਨਕ ਜੀ, ਅਸੀਂ ਇਸ ਤਰ੍ਹਾਂ ਰਹਿਣਾ ਹੀ ਸਰਦਾਰ ਬਣ ਕੇ ਹੀ। ਬਿਲਕੁਲ ਠੀਕ ਹੈ। ਤੇ ਇਸ ਤਰ੍ਹਾਂ ਰਹਿਣਾ ਤੇ ਕਦੀ ਕਿਸੇ ਗਾੜੀ ਲਿੱਸੀ ਗੱਲ ਨਹੀਂ ਕੀਤੀ। ਵਧੀਆ। ਬਾਕੀ ਜੇ ਪੁੱਛਦਾ ਨਾ ਕੋਈ, ਹਾਂਜੀ, ਉਹਨਾਂ ਮੈਨੂੰ ਕੁੱਟ ਕਟਈਆ ਕਰ ਕੇ ਉਹਨਾਂ ਮੈਨੂੰ ਛੱਡਣਾ, ਹਾਂਜੀ, ਤੇ ਮੈਨੂੰ ਪੁੱਛਣਾ ਉਹਨਾਂ ਸਿੰਘਾ ਕਿਵੇਂ ਆ, ਹਾਂਜੀ, ਤੇ ਮੈਂ ਉਹਨਾਂ ਨੂੰ ਰੱਖਣਾ ਜੀ ਚੜ੍ਹਦੀ ਕਲਾ। ਵਾਹ। ਉਹਨਾਂ ਮੈਨੂੰ ਰੱਖਣਾ ਕਿਹੋ ਜੀ ਤੇਰੀ ਚੜ੍ਹਦੀ ਕਲਾ, ਤੇ ਮੈਂ ਤੁਹਾਨੂੰ ਆਪੇ ਪਤਾ ਲੱਗ ਜਾਣਾ। ਉਹਨਾਂ ਨੂੰ ਮੈਂ ਇਹ ਗੱਲ ਦੇਣੀ ਕਿ ਜਵਾਬ ਦੇਣਾ, ਠੀਕ ਠੀਕ, ਮੈਂ ਤੁਹਾਨੂੰ ਆਪੇ ਪਤਾ ਲੱਗ ਜਾਣਾ ਚੜ੍ਹਦੀ ਕਲਾ ਕੀ ਹੁੰਦੀ ਹੈ। ਤੇ ਜਿੱਦਣ ਮੈਨੂੰ ਉਹਨਾਂ ਛੱਡਿਆ ਸੀ, ਮੈਨੂੰ ਹੱਥ ਜੋੜ ਕੇ ਛੱਡਿਆ ਉਹਨਾਂ। ਠੀਕ ਹੈ। ਉਹਨਾਂ ਆਖਿਆ ਵੀ ਨਹੀਂ ਤੇਰਾ। ਅੱਛਾ, ਜਿਹੜੀ ਤੁਸੀਂ 6-7 ਸਾਲ ਕੈਦ ਕੱਟੀ ਆ, ਇਹ ਸਜ਼ਾ ਹੋ ਗਈ ਸੀ ਕਿ ਜਾਂ ਹਵਾਲਾਤ ਹੀ? ਦੇਖੋ ਜੀ, ਮਗਰ ਪੈਰਵਾਈ ਨਹੀਂ ਹੈਗੀ। ਅੱਛਾ, ਇਹ ਗੁੱਡੀ ਨੇ ਜਾਣਾ, ਮੇਰੀ ਨੇ ਜਾਣਾ, ਪ੍ਰਾਹੁਣੇ ਜਾਣਾ, ਜਾਂ ਮੇਰੀ ਜਥੇਦਾਰਨੀ ਨੇ ਜਾਣਾ, ਮੇਰੀ ਕਿਸੇ ਮੁਲਾਕਾਤ ਨਹੀਂ ਪਾਈ, ਨਾ ਮੇਰੇ ਕੋਈ ਮਗਰ ਗਿਆ ਕੋਈ ਭੈਣ ਭਰਾ, ਕੋਈ ਮਤਲਬ ਕਿਸੇ ਨੇ ਉੱਥੇ। ਤੇ ਜਾਂ ਫਿਰ ਜਿਹੜੀ ਮੇਰੀ ਜਥੇਬੰਦੀ ਅੰਦਰ ਹੀ, ਉਹਨਾਂ ਮੇਰੀ ਹੈਲਪ ਕੀਤੀ ਅੰਦਰ। ਫਿਰ ਲੰਗਰ ਪਾਣੀ ਖਾਣ ਪੀਣ ਜਾਂ ਜਮਾਤਾਂ ਕਰਾਉਣ, ਲੰਗਰ ਪਾਣੀ ਇਹਨਾਂ ਤੋਂ ਅਸੀਂ ਜੁੱਤੀ ਨਾ ਲਿਆ। ਇਹ ਨਹੀਂ ਅੱਜ ਪਹਿਰਾ ਨਹੀਂ, ਗਲਤ ਨਹੀਂ ਬੋਲਣਾ। ਹਾਂਜੀ, ਅਸੀਂ ਇਹਨਾਂ ਤੋਂ ਛਿੱਤਰ ਨਾ ਲਿਆ, ਰੋਟੀ ਪਾਣੀ ਅਸੀਂ ਆਪਦਾ ਹੀ ਖਾਦਾ ਜਿੰਨਾ ਚਿਰ ਉੱਥੇ ਰਹੇ। ਲੰਗਰ ਆਪਦਾ ਪਕਾ ਕੇ ਖਾਂਦੇ ਰਹੇ। ਉਦੋਂ ਪੂਰਾ ਟੌਰ ਸੀ ਅੰਦਰ ਸਿੰਘ ਦਾ, ਪੂਰਾ ਬਾਹਰ ਚਕਸਾਰ ਨੂੰ ਪਾਈ ਚਿੱਠੀ, ਚਕਸਾਰ ਵਾਲਿਆਂ ਗੱਡੀ ਘਲਾ ਦੇਣੀ ਰਾਸ਼ਨ ਦੀ। ਠੀਕ ਹੈ। ਸ਼੍ਰੋਮਣੀ ਕਮੇਟੀ ਨੂੰ ਪਾਉਣਾ, ਇਹਨਾਂ ਘਲਾ ਦੇਣਾ। ਵਾਹ, ਵੈਰੀ ਗੁੱਡ। ਚੋਲੇ, ਕਸ਼ਹਿਰੇ, ਕੇਸਕੀਆਂ, ਖੰਡ, ਪੱਤੀ, ਘਿਓ ਸੜ ਤੋਂ ਖਾਦਾ ਨਹੀਂ ਜਾਂਦਾ, ਸੱਚੀ ਗੱਲ ਪੁੱਛੋ। ਠੀਕ ਗੱਲ। ਠੀਕ। ਲੰਗਰ ਅਸੀਂ ਇਹਨਾਂ ਤੋਂ ਕੇਸ ਕਰਕੇ ਲਿਆ ਚੰਡੀਗੜ੍ਹ। ਠੀਕ ਹੈ। ਹਾਂਜੀ, ਮਤਲਬ ਅੰਦਰ ਪਕਾ ਫਿਰ ਆਪ ਹੀ ਲੈਣਾ, ਆਪੇ ਉਹਨਾਂ ਤੋਂ ਕੈਦੀ ਲੈ ਸੀ ਨਾਲ, ਅਸੀਂ ਹਾਂ ਸ਼ਕਤੀ ਲੈ ਲੈਣੀ ਨਾਲ, ਨਾਲ ਲੱਗਣਾ। ਠੀਕ ਆ। ਤੇ ਜੇ ਆਪਣੇ ਕਿਸੇ ਬੰਦੇ ਨੂੰ ਸਜ਼ਾ ਹੋ ਜਾਂਦੀ ਸੀ ਨਾ, ਹਾਂਜੀ, ਤੇ ਉਹਨੂੰ ਮਸ਼ੱਕਤ ਨਹੀਂ ਦਿੰਦੇ ਉਹ। ਠੀਕ ਹੈ। ਕਰਦੇ ਹਾਂ, ਇਸ ਤਰ੍ਹਾਂ ਕਰਦੇ ਦਿੰਦੇ, ਇਸ ਤਰ੍ਹਾਂ ਨਹੀਂ ਕਿ ਇਹਨਾਂ ਜਿਹੜੇ ਰਹਿੰਦੇ ਖੁੰਦੇ ਇਹਨਾਂ ਵਿਗਾੜ ਦੇਣੇ। ਇਸ ਤਰ੍ਹਾਂ ਕਰਦੇ। ਬਿਲਕੁਲ ਠੀਕ, ਬਿਲਕੁਲ ਠੀਕ। ਚਲੋ ਗੱਲ ਇਹ ਆ ਵੀ ਬਾਪੂ ਜੀ ਬੜਾ ਮਾਣ ਆ, ਔਰ ਤੁਹਾਡੇ ਪੁੱਤਰਾਂ ਦੀ ਸ਼ਹਾਦਤ ਨੂੰ ਅਸੀਂ ਸਲਾਮ ਕਰਦੇ ਹਾਂ। ਤੇ ਇਸ ਗੱਲ ਦੀ ਮਾਫੀ ਚਾਹੁੰਦੇ ਆ ਵੀ ਆਏ ਬੜੀ ਦੇਰ ਬਾਅਦ ਆ, ਪਰ ਮੈਂ ਇੱਕ ਗੱਲ ਤੋਂ ਹੈਰਾਨ ਆ ਵੀ ਨਾ ਤੁਹਾਡੇ ਕੋਲ ਤੁਹਾਡੇ ਪੁੱਤਰਾਂ ਦੀਆਂ ਸਾਰੀਆਂ ਫੋਟੋਆਂ ਨੇ, ਨਾ ਤੁਹਾਨੂੰ ਤਰੀਕਾਂ ਯਾਦ ਨੇ। ਵਾਹਿਗੁਰੂ ਜੀ, ਸਾਡੇ ਕੋਲੇ ਸਾਰਾ ਕੁਝ ਹੀ ਹੈਗਾ ਹੀ, ਇਹ ਨਹੀਂ ਕਿ ਹੈਗਾ ਨਹੀਂ ਕੁਝ ਵੀ। ਹਾਂਜੀ। ਤੇ ਪਰ ਜਦੋਂ ਤੁਸੀਂ ਸਿਆਣੇ ਕਹਿੰਦੇ ਆ ਕਿ ਬਾਂਦਰੀ ਬੱਚਾ ਮਰਿਆ ਨਹੀਂ ਸੁੱਟਦੀ, ਹਾਂਜੀ, ਤੇ ਜਦੋਂ ਉਹਦੇ ਪੈਰ ਸੜਦੇ ਆ ਤੇ ਉਹ ਬੱਚਾ ਜਿੰਦਾ ਪੈਰਾਂ ਥੱਲੇ ਰੱਖ ਲੈਂਦੀ ਹੈ। ਤੇ ਫਿਰ ਸਾਨੂੰ ਤੇ ਜਦੋਂ ਸਾਡੀ ਸੁੱਧ ਬੁੱਧ ਨਾ ਲੜਕੀ ਵਿਚਾਰੀ ਇਸ ਤਰ੍ਹਾਂ ਰੁਲ ਕੇ ਪਲੀ ਆ, ਇਹਦਾ ਵੀ ਜਥੇਦਾਰਨੀ ਦਾ ਵੀ ਆ ਵੇਖ ਲਓ ਤੁਸੀਂ, ਜਿਸ ਤਰ੍ਹਾਂ ਦਾ ਮਤਲਬ ਮਾਥੀ ਕੋ ਰਹਿ ਲਾ ਕੇ ਭੈਣ ਕੋ ਰਹਿ ਲਾ, ਇਸ ਤਰ੍ਹਾਂ ਦਿਨ ਕੱਟੇ ਡਰਦਿਆਂ, ਕਦੀ ਕਿਤੇ ਚੱਲ ਜਾਣਾ, ਕਦੀ ਕਿਤੇ ਚੱਲ ਜਾਣਾ। ਤੇ ਅਸੀਂ ਆਧਾਰ ਕਾਰਡ ਤੇ ਹੁਣ ਬੈਂਕ ਦੇ ਕਾਗਜ਼ ਪੱਤਰ ਜਿਹੜੇ ਕਿ ਮਤਲਬ ਪੈਨਸ਼ਨ ਲਾਉਣ ਵਾਸਤੇ ਬਣਾਏ, ਹੁਣ ਬਣਾਏ ਕਿ ਉਦੋਂ ਆਪਣੇ ਆਪ ਦਾ ਨਹੀਂ ਪਤਾ ਬਣਾਉਣਾ ਕੀ ਹੈ। ਇਹ ਚੀਜ਼ ਹੈ। ਅੱਛਾ, ਇੱਕ ਅੱਜ ਇੱਕ ਬੇਨਤੀ ਲੱਗੀਆਂ ਕਰਨ। ਹਾਂਜੀ। ਕਿ ਸਾਡੀ ਇੱਕ ਸੰਸਥਾ ਵਾ ਕੈਨੇਡਾ ਦੀ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ। ਹਾਂਜੀ। ਤੇ ਉਹਨਾਂ ਵੱਲੋਂ ਸਾਨੂੰ ਹੁਕਮ ਹੈ ਕਿ ਜਦੋਂ ਵੀ ਕਿਸੇ ਸ਼ਹੀਦ ਪਰਿਵਾਰ ਦੇ ਘਰ ਜਾਣਾ, ਅੱਛਾ ਜੀ, ਕਿਉਂਕਿ ਬੜੇ ਹੋਰ ਵੀ ਲੋਕ ਜਾਂਦੇ ਹੋਣਗੇ, ਪਹਿਲਾਂ ਵੀ ਵੀਡੀਓ ਤੁਹਾਡੀਆਂ ਲੋਕਾਂ ਨੇ ਬਣਾਈਆਂ ਹੋਣਗੀਆਂ। ਹਾਂਜੀ। ਤੇ ਸਾਨੂੰ ਉਹਨਾਂ ਨੂੰ ਹੁਕਮ ਹੈ ਵੀ ਤੁਸੀਂ 15,000 ਰੁਪਇਆ ਜ਼ਰੂਰ ਦੇ ਕੇ ਆਉਣਾ। ਪਹਿਲਾਂ ਅਸੀਂ 10 ਦਿੰਦੇ ਸਾਂ, ਹਾਂਜੀ, ਹੁਣ ਹੁਕਮ ਹੋ ਗਿਆ ਵੀ ਮਹਿੰਗਾਈ ਬੜੀ ਵੱਧ ਗਈ ਹੈ ਤੇ 15,000 ਜ਼ਰੂਰ ਦੇ ਕੇ ਆਉਣਾ। ਹਾਂਜੀ। 15 ਤੁਹਾਨੂੰ ਅੱਜ ਦੇ ਚੱਲੇ ਆ, ਤੇ ਨਾਲ ਹੀ ਇਸ ਗੱਲ ਦਾ ਵਾਅਦਾ ਵੀ ਜੇ ਵੀਡੀਓ ਜਿੱਦਣ ਸੰਗਤ ਤੱਕ ਪਹੁੰਚੀ ਆ, ਤੁਹਾਡੇ ਘਰ ਦੀ ਛੱਤ ਦੀ ਵੀ ਸਾਰੀ ਜ਼ਿੰਮੇਵਾਰੀ ਸਾਡੀ। ਹਾਂਜੀ। ਇਹ ਅਸੀਂ
ਸੰਗਤ ਦੇ ਸਹਿਯੋਗ ਨਾਲ ਕਰਾਂਗੇ। ਮਹਾਰਾਜ। ਇਹਦੇ ਵਿੱਚ ਸਾਡਾ 1 ਰੁਪਈਏ ਦਾ ਯੋਗਦਾਨ ਨਹੀਂ ਜੀ, ਹਾਂਜੀ ਇਹ ਸੰਗਤ ਵੱਲੋਂ ਇੱਕ ਪ੍ਰਸ਼ਾਦ ਰੂਪ ਚ ਸੇਵਾ ਆਈ ਜੇ ਜਿਹੜੀ ਤੁਸੀਂ ਪ੍ਰਵਾਨ ਕਰਨੀ ਆ। ਠੀਕ ਹੈ ਜੀ। ਮਨ ਚ ਕੋਈ ਇਹ ਨਹੀਂ ਰੱਖਣਾ ਵੀ ਇਹ ਪਤਾ ਨਹੀਂ ਸਾਨੂੰ ਕੋਈ ਦੇ ਚੱਲਿਆ ਵਾ ਜਾਂ ਕੋਈ ਮਦਦ ਦੇ ਚੱਲਿਆ। ਇਹ ਸੰਗਤ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਇੱਕ ਸਤਿਕਾਰ ਆ, ਇਹ ਮਾਣ ਆ ਉਹਨਾਂ ਦਾ। ਵਾਹਿਗੁਰੂ ਜੀ, ਮੈਂ ਕਮਾਲਾਂ 500, ਮੈਂ ਕਮਾਲਾਂ 200, ਮੈਂ ਕਮਾਲਾਂ 300 ਕਮਾਲਾਂ, ਠੀਕ ਮੈਂ ਸਵੇਰੇ ਬਾਜ਼ਾਰ ਨੂੰ ਖਾਲੀ ਜੇਬੀ ਜਾਣਾ ਜੀ। ਠੀਕ ਹੈ, ਮੇਰਾ ਮਾਇਆ ਨਾਲ ਕੋਈ ਮੋਹ ਨਹੀਂਗਾ। ਵਾਹ ਜੇ ਮਾਇਆ ਦੇਣੀ ਆ ਇਹਨੂੰ ਦੇ ਦਿਓ, ਮੈਂ ਤੇ ਨਹੀਂ ਜੇ ਲੈਣੀ। ਕੀ ਬਾਤ ਹੈ। ਮੈਂ ਨਹੀਂ ਲੈਣੀ। ਤੇ ਉਹ ਛੱਤ ਕਿਤਰਾ ਪੈਣੀ ਆ, ਉਹ ਮਾਇਆ ਦਾ ਪੈਣੀ ਆ, ਆਪੇ ਪਾ ਦੇਣੀ ਉਹਨੇ। ਤੇ ਉਹੋ ਹੀ ਪਾਉਣ ਡਿਆ ਵਾ, ਹੋਰ ਅਸੀਂ ਥੋੜਾ ਪਾਉਣ ਡਏ ਆ। ਸਾਡੀ ਕੀ ਔਕਾਤ ਆ ਅਸੀਂ 10 ਰੁਪਏ ਵੀ ਕਿਸੇ ਨੂੰ ਦੇ ਸਕੀਏ। ਇਹ ਸਤਿਗੁਰੂ ਦਾ ਹੀ ਹੁਕਮ ਆ। ਇਹ ਸਤਿਗੁਰੂ ਜੀ ਨੇ ਕਿਰਪਾ ਕਰਕੇ ਇਹ ਹੁਣ ਵਕਤ ਲਿਆਂਦਾ ਵਾ, ਇਹ ਮਾਹੌਲ ਲਿਆਂਦਾ। ਹਾਂਜੀ, ਆਪਾਂ ਇਹਨਾਂ ਪੈਸੇ ਨੂੰ ਮੋਹਰਾ ਗਿਣਦੇ ਆ। ਇਦਾਂ ਹੀ ਸੀ, ਸ਼ਹੀਦ ਸਿੰਘ ਵੀ ਇਤਨਾ ਹੀ ਕਹਿੰਦੇ ਹੁੰਦੇ ਸੀ ਵੀ ਇਹ ਮੋਹਰਾ ਵਾ ਆ ਧੀ ਆਈ ਆ ਜੀ। ਨੇਕੀ ਦਾ ਕਮਾਈ ਦਾ ਜੋ ਤੇਲ ਫੁੱਲ ਇਹਨੂੰ ਦਿੱਤਾ ਆਪਾਂ ਦਿੱਤਾ ਵਾ, ਜੀ 1 ਰੁਪਈਆ ਨਹੀਂ ਦਿੱਤਾ ਸੀ। ਵਾਹ, ਨਾ ਇਹਦੇ ਮਾਮਿਆਂ ਨਾ ਅਹੀਂ 1 ਰੁਪਈਆ ਨਹੀਂ ਦਿੱਤਾ ਨੇ। ਨੇਕੀ ਦੀ ਕਮਾਈ ਕਰਕੇ ਇਹਦੇ ਮੈਂ ਬੱਚੇ ਪੜਾਏ 12 ਜਮਾਤਾਂ, ਵਾਹ, ਰਕਸ਼ੇ ਤੇ ਪੈਡਲ ਨਾਲ ਚਲਾ ਗਏ। ਇਹਨੂੰ ਜੋ ਸਰਿਆ ਬਣਿਆ। ਇਹ ਫਿਰ ਸਕੂਟਰੀ ਜਿਹੜੀ ਆ ਫਿਰ ਆਪਣੀ ਮਿਹਨਤ ਨਾਲ ਹੀ ਲਵਾ ਲਈ। ਹਾਂਜੀ, ਪੈਸੇ ਦੇ ਕੇ ਮੰਡੀ ਚ ਲਾ ਗਈ ਸੀਜ਼ਨ। ਅੱਛਾ, ਮੰਡੀ ਚ ਵੀ ਸੀਜ਼ਨ ਲਾ ਲਈ। ਲਾ ਲਈ ਦਾ ਇਹਦਾ ਪ੍ਰਾਹੁਣੇ ਨਾਲ ਲਾ ਲਈਦਾ ਨਾ। ਠੀਕ ਆ। ਪ੍ਰਾਹੁਣੇ ਨਾਲ ਇਤਨਾ ਲਾ ਲਈਦਾ ਵੀ ਬੱਚੇ ਆਪਦੇ ਨਾਲ ਜੇ ਕੋਈ ਮਤਲਬ ਬੰਦੇ ਇਹਨੇ ਉਹਨਾਂ ਨੂੰ ਇਹ ਗੱਲ ਆਖਣੀ ਆ ਵੀ ਇਹਨੂੰ ਬਾਪੂ ਨੂੰ ਤੁਸੀਂ ਬਈ ਬਹੁਤਾ ਭਾਰਾ ਕੰਮ ਨਹੀਂ ਤੰਗ ਦੇਣਾ। ਨਹੀਂ ਇਹਨੂੰ ਕਰਨਾ। ਜੇ ਅਸੀਂ ਨਾਲ ਬੱਚੇ ਨਾਲ ਰਲਦੇ ਇਹਨਾਂ ਨਾਲ ਵੀ ਮੈਂ ਚੌਧਰੀ ਆ, ਇਹ ਜੋ ਕਰੂਗਾ ਜਿੰਨਾ ਕਰਦਾ ਕਰੇ, ਨਹੀਂ ਕਰੂਗਾ ਤੇ ਨਾ ਕਰੇ, ਕੋਈ ਗੱਲ ਨਹੀਂ। ਠੀਕ ਹੈ। ਹਾਂਜੀ, ਚਲੋ ਮਹਾਰਾਜ ਕਿਰਪਾ ਕਰਨਗੇ। ਸੱਚੀ ਮੁੱਚੀ ਗੁਰੂ ਸਾਹਿਬ ਨੇ ਠੀਕ ਹੀ ਕਿਹਾ, ਹੈ ਰੰਗਰੇਟੇ ਗੁਰੂ ਕੇ ਬੇਟੇ। ਹਾਂਜੀ ਐਵੇਂ ਕਿੱਡਾ ਵੱਡਾ ਸਤਿਕਾਰ ਤੁਹਾਨੂੰ ਦਿੱਤਾ ਬਾਬਾ, ਮਾਣ ਬੜਾ ਤਕੜਾ ਦਿੱਤਾ। ਕਿੱਡਾ ਵੱਡਾ ਮਾਣ ਗੁਰੂ ਸਾਹਿਬ ਦੇ ਉਹਨੇ ਸੁੱਟਾਂ ਦਿੱਤੀਆਂ ਨਾ, ਇਸ ਆਪਣੀ ਰੰਗਰੇਟਾ ਬੇਟਾ ਕਰਕੇ ਕਹਿ ਕੇ ਮਾਂ ਨੇ ਇਹ ਵਿਚਾਰਿਆ ਜਿੰਦਾ ਸ਼ਹੀਦ ਇਹਨਾਂ ਨੂੰ ਹਾਂਜੀ। ਉਹਨੇ ਜ਼ਿੰਦਗੀ ਬਖਸ਼ੀ ਆ। ਬਿਲਕੁਲ ਆਪਣੀ ਕਲਗੀ ਤੋੜਾ ਦੇ ਕੇ ਗਏ ਭਾਈ ਸੰਗਤ ਸਿੰਘ ਜੀ ਨੂੰ। ਫੇਰ ਹੀ ਦੇ ਗਏ ਹਾਂਜੀ। ਇੰਨੀ ਕੁਰਬਾਨੀ ਇਹਨਾਂ ਦੀ ਜਿੰਨੀ ਹੋ ਸਕਦੀ ਆ, ਮੈਂ ਨਾ ਇੰਨੀ ਕਿਸੇ ਦੀ ਵੀ ਨਹੀਂ ਜਿੰਨੀ ਇਹਨਾਂ ਦੀ। ਬਿਲਕੁਲ ਠੀਕ। ਜੇ ਮੈਂ ਤੇ ਹਮੇਸ਼ਾ ਜਦੋਂ ਕਿਤੇ ਰੰਗਰੇਟੇ ਪਰਿਵਾਰਾਂ ਦੇ ਯੋਧਿਆਂ ਦੀ ਗੱਲ ਕਰਨ ਦਾ ਮੈਨੂੰ ਮੌਕਾ ਮਿਲੇ, ਮੈਂ ਬੜਾ ਉਹਨਾਂ ਦਾ ਮਾਣ ਕਰਦਾ, ਮੈਂ ਸਲੂਟ ਕਰਦਾ ਉਹਨਾਂ ਦੇ ਜਜ਼ਬੇ ਨੂੰ, ਉਹਨਾਂ ਦੀ ਦਲੇਰੀ ਨੂੰ, ਉਹਨਾਂ ਦੀ ਕੁਰਬਾਨੀ ਨੂੰ। ਬਹੁਤ ਮਿਹਰਬਾਨੀ। ਬਾਪੂ ਨਰਿੰਦਰ ਸਿੰਘ ਜੀ ਦੇ ਨਾਲ ਗੱਲਬਾਤ ਕਿਵੇਂ ਦੀ ਲੱਗੀ? ਇਹਨਾਂ ਖੁਦਦਾਰ ਸ਼ਹੀਦਾਂ ਦਾ 3 ਪੁੱਤਰ ਸ਼ਹੀਦ ਨੇ, ਪਰ ਇਹਨਾਂ ਖੁਦਦਾਰ ਸਤਿਗੁਰੂ ਜੀ ਨੇ ਇੰਨਾ ਸਬਰ ਸੰਤੋਖ ਬਖਸ਼ਿਆ। ਸਲੂਟ ਆ। ਔਰ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਗੱਲ ਕਰਕੇ ਤੁਹਾਡੇ ਤੱਕ ਪਹੁੰਚਾ ਕੇ ਬੜਾ ਮਾਣ ਮਹਿਸੂਸ ਹੁੰਦਾ। ਆਓ ਜੀ ਕੁਝ ਗੱਲਾਂ ਬਾਤਾਂ ਅਸੀਂ ਕਰਦੇ ਹਾਂ ਮਾਤਾ ਗੁਰਨਾਮ ਕੌਰ ਜੀ ਦੇ ਨਾਲ ਵੀ, ਇਹਨਾਂ ਸ਼ਹੀਦਾਂ ਸਿੰਘਾਂ ਦੀ ਮਾਤਾ ਜੀ ਦੇ ਨਾਲ। ਆਓ ਜੀ ਹੁਣ ਦਰਸ਼ਨ ਕਰਵਾਉਂਦੇ ਹਾਂ ਤੁਹਾਨੂੰ 3 ਸ਼ਹੀਦ ਪੁੱਤਰਾਂ ਦੀ ਮਾਤਾ ਗੁਰਨਾਮ ਕੌਰ ਜੀ ਦੇ। ਮਾਤਾ ਗੁਰਨਾਮ ਕੌਰ ਜੀ ਪਿਛਲੇ ਕਾਫੀ ਹਫ਼ਤਿਆਂ ਤੋਂ ਸਾਨੂੰ ਲਗਾਤਾਰ ਫੋਨ ਕਰ ਰਹੇ ਸੀ ਕਿ ਬਲਵੰਦਰ ਸਿੰਘ ਆਓ ਕਿਸੇ ਦਿਨ ਸਾਡੇ ਵੀ ਘਰ, ਭਈ ਸਾਡੇ ਨਾਲ ਆਹ ਕੁਝ ਹੋਇਆ ਬੀਤਿਆ, ਸਾਡੇ ਬਾਰੇ ਵੀ ਸੰਗਤ ਨੂੰ ਪਤਾ ਲੱਗ ਸਕੇ। ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ, ਸਭ ਤੋਂ ਪਹਿਲਾਂ ਤੇ ਮਾਤਾ ਜੀ ਇਹ ਦੱਸੋ ਕਿ ਸਾਡੇ ਬਾਰੇ ਕਿੱਥੋਂ ਪਤਾ ਲੱਗਾ? ਸਾਨੂੰ ਜੀ ਇਸ ਤਰ੍ਹਾਂ ਵੀ ਮੇਰਾ ਵੀਰ ਆ, ਹਾਂਜੀ, ਉਹਨਾਂ ਨੇ ਸਾਨੂੰ ਦੱਸਿਆ। ਅੱਛਾ, ਉਹਨਾਂ ਨੇ ਤੁਹਾਡਾ ਐਡਰੈਸ ਦਿੱਤਾ, ਤੁਹਾਡਾ ਨਾਮ ਦੱਸਿਆ ਜੀ, ਪਿੰਡ ਦੱਸਿਆ। ਹੂੰ, ਤੇ ਉਹਨਾਂ ਨੂੰ ਮੈਂ ਕਿਹਾ ਵੀ ਇੱਕ ਵੀਰਾਂ ਦੇ ਨਾਲ ਵੀ ਉੱਥੋਂ ਦਾ ਵੀ ਸਿੰਘ ਵੀ ਹੈਗਾ ਸੀਗਾ, ਹਾਂਜੀ, ਤੇ ਹੋ ਸਕੇ ਵੀ ਉਹ ਵੀਰ ਜੀ ਵੀ ਹੋਣ। ਅੱਛਾ ਜੀ। ਹਾਂ, ਉਹ ਅਸਲ 'ਚ ਸ਼ਹੀਦ ਭਾਈ ਰਵੇਲ ਸਿੰਘ ਪੱਖੋਕੇ, ਇਹ ਤਰਨਤਾਰਨ ਦੇ ਲਾਗੇ ਏਰੀਆ 'ਚ ਪੱਖੋਕੇ ਪੈਂਦਾ। ਹਾਂਜੀ। ਮੇਰਾ ਜਿਹੜਾ ਪੱਖੋਕੇ ਆ ਇਹ ਗੁਰਦਾਸਪੁਰ ਜ਼ਿਲ੍ਹੇ 'ਚ ਆ। ਅੱਛਾ ਜੀ। ਹਾਂਜੀ, ਉਹ ਕਈ ਵਾਰੀ ਭੁਲੇਖਾ ਲੱਗ ਜਾਂਦਾ। ਹਾਂਜੀ। ਤੇ ਚਲੋ ਬੜੀ ਕਿਰਪਾ ਕੀਤੀ ਆ ਕਿ ਅੱਜ ਬਾਪੂ ਨਰਿੰਦਰ ਸਿੰਘ ਹੋਣਾ ਨਾਲ ਗੱਲ ਕੀਤੀ ਆ ਤੇ ਬੜਾ ਮਾਣ ਮਹਿਸੂਸ ਹੋਇਆ। ਹਾਂਜੀ। ਤੇ ਯੋਧਿਆਂ ਦਾ ਯੋਧਾ ਪਿਤਾ। ਹਾਂਜੀ। ਤੇ ਤੁਹਾਨੂੰ ਵੀ ਫਿਰ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ? ਹਾਂਜੀ, ਫੜ ਕੇ ਲੈ ਗਈ ਪੁਲਿਸ? ਫੜ ਕੇ ਲੈ ਗਏ। ਏਦਾਂ ਵੀ ਤੁਹਾਨੂੰ ਪਤਾ ਹੀ ਆ, ਜਦੋਂ ਇਸ ਤਰ੍ਹਾਂ ਵੀ ਸ਼ੱਕ ਪਿਆ ਵੀ ਤੁਹਾਨੂੰ ਪਤਾ ਹੀ, ਜਦੋਂ ਫਿਰ
ਹਾਂਜੀ, ਘਰੋਂ ਬੱਚੇ ਭਗੌੜੇ ਹੋਣ। ਇਹ ਭਗੌੜੇ ਹੋਣ, ਫਿਰ ਤੁਹਾਨੂੰ ਪਤਾ ਹੀ ਆ ਮਾਂ ਪਿਓ ਦੇ ਨਾਲ ਕੀ ਬੀਤਦੀਆਂ। ਹਾਂਜੀ ਹਾਂਜੀ। ਤੇ ਫਿਰ ਬਹੁਤ ਵੀ ਮੰਦਾ ਹਾਲ ਹੋਇਆ। ਪਹਿਲੋਂ ਤੇ ਵੀ ਲੈ ਗਏ, ਫਿਰ ਛੱਡ ਗਏ। ਗੁੜੀਆ 10 ਸਾਲਾਂ ਦੀ ਸੀ ਉਦੋਂ। ਅੱਛਾ ਜੀ। ਤੇ ਜਦੋਂ ਆਏ ਆ ਤੇ ਗੁੜੀਆ ਦਾਬੇ ਦੁਬੇ ਮਾਰਦੇ ਰਹੇ। ਇਸ ਤਰ੍ਹਾਂ ਸਾਡਾ ਕੱਚਾ ਕਮਰਾ ਸੀ ਤੇ ਮੈਨੂੰ ਉਹਨਾਂ ਨੇ ਅੰਦਰ ਕਮਰੇ ਦੇ ਕਰਕੇ ਬੂਹੇ ਅੱਗੇ ਖਿਲਾਰ ਕੇ ਤੇ ਵੀ ਕੰਨ ਤੇ ਹਥਿਆਰ ਰੱਖ ਕੇ ਤੇ ਕਹਿੰਦੇ ਸੀ ਵੀ ਦੱਸ ਮਾਤਾ ਕਿੱਥੇ ਆ, ਕਿੱਥੇ ਰਹਿੰਦੇ, ਕੀ ਤੇਰੇ ਕੋਲ ਆ, ਕੀ ਤੈਨੂੰ। ਮੈਂ ਕਿਹਾ ਵੀ ਮੈਨੂੰ ਕੁਛ ਨਹੀਂ ਦੇ ਕੇ ਜਾਂਦੇ, ਆ ਇੱਕ ਮੱਝ ਇੱਕ ਗਾਂ ਆ, ਵੀ ਆਪਣਾ ਅਸੀਂ ਟਾਈਮ ਪਾਸ ਕਰਦੇ ਆ। ਅੱਛਾ, ਕਿਹੜੇ ਥਾਣੇ 'ਚ ਤੁਹਾਨੂੰ ਲੈ ਕੇ ਗਏ ਫਿਰ? ਸਾਨੂੰ ਹਰੀਕੇ ਥਾਣੇ ਲੈ ਕੇ ਗਏ। ਅੱਛਾ, ਉੱਥੇ ਤੁਹਾਡੇ ਤੇ ਤਸ਼ੱਦਦ ਕੀਤਾ? ਹਾਂਜੀ। ਮਤਲਬ ਦੂਜੀ ਲੇਡੀ ਪੁਲਿਸ ਸੀਗੀ ਕਿ ਜਾਂ ਬੰਦੇ ਹੀ? ਬੰਦੇ ਹੀ। ਅੱਛਾ। ਤਬਦੀਸ਼ ਕਰਦੇ ਨੇ, ਬਹੁਤ ਤਬਦੀਸ਼ ਕੀਤੀ, ਫੜ ਕੇ ਲੈ ਆਏ। ਅੱਛਾ। ਤੇ ਬਹੁਤ ਤੁਹਾਨੂੰ ਤੁਰਨ 'ਚ ਥੋੜੀ ਦਿੱਕਤ ਹੁੰਦੀ ਆ? ਇਹ ਕੁੱਟ ਮਾਰਨਾ ਨੇ। ਅੱਛਾ, ਪੁਲਿਸ ਦੇ ਤਸ਼ੱਦਦ ਨਾਲ ਹੀ ਫਰਕ ਪੈ ਗਿਆ ਵਾ? ਹਾਂਜੀ, ਉਹਨਾਂ ਨੇ ਕੁੱਟ ਮਾਰਾ ਵੀ ਉਹਨਾਂ ਨੇ ਮੈਨੂੰ ਵੀ ਇਸ ਤਰ੍ਹਾਂ ਲਟਾ ਕੇ ਤੇ ਕੁੱਟਣਾ ਮਾਰਨਾ, ਪਟੇ ਮਾਰਨੇ ਤੇ ਉਹਨਾਂ ਦੇ ਨਾਲ ਜਿਹੜਾ ਡਿਸਕ ਦਾ ਵੀ ਇਹਨੂੰ ਵੀ ਡਿਸਕ ਜਿਹੜੀ ਆ ਉਹਦੇ 'ਚ ਕੋਈ ਫਰਕ ਪੈ ਗਿਆ? ਏਦਾਂ ਦੇ ਉਹਨਾਂ ਨੇ ਵੀ ਮੇਰਾ ਪਿੱਛਾ ਜਿਹੜਾ ਹੈ ਵੀ ਉਹ ਏਦਾਂ ਦਾ ਕਰ ਦਿੱਤਾ ਕੁੱਟ ਕੇ। ਫਿਰ ਮੈਨੂੰ ਬਹੁਤ ਪਰੇਸ਼ਾਨੀ ਆਈ। ਫਿਰ ਉਹਨਾਂ ਨੇ ਮੈਨੂੰ ਵੀ ਤਰ੍ਹਾਂ ਚੱਕਾਂ ਰਾਹੀਂ ਮੇਰੀਆਂ ਬਾਹਾਂ ਪਿੱਛੇ ਨੂੰ ਬੰਨ੍ਹ ਦਿੱਤੀਆਂ, ਬੰਨ੍ਹ ਕੇ ਤੇ ਉਹਨਾਂ ਨੇ ਮੈਨੂੰ ਤਾਂ ਟੰਗਿਆ। ਫਿਰ ਮੈਨੂੰ ਪੁੱਛਣ ਵੀ ਉਹ ਕਿੱਥੇ ਆ, ਕਿ ਕਿਹੜਾ ਟਿਕਾਣਾ ਆ, ਕਿਹੜੇ ਵੀ ਉਹ ਉਹਨਾਂ ਦਾ ਕਮਾਂਡਰ ਕਿਹੜਾ। ਮੈਂ ਕਿਹਾ ਵੀ ਮੈਂ ਤੇ ਆਪਣੇ ਘਰੇ, ਮੈਨੂੰ ਕੀ ਪਤਾ ਕਿਹੜਾ ਕਮਾਂਡਰ, ਮੈਂ ਕਿਹੜਾ ਪੜ੍ਹੀ ਲਿਖੀ, ਮੈਂ ਤੇ ਅਨਪੜ੍ਹ ਹੈਗੀ ਆ। ਚਲੋ ਜੀ, ਨਾ ਉਹਨਾਂ ਨੇ ਚਲੋ ਸੁਣੀ, ਮੈਨੂੰ ਤਬਦੀਸ਼ ਕਰਦੇ ਰਹੇ। ਜਦੋਂ ਉਹਨਾਂ ਨੇ ਲਾਇਆ ਫਿਰ ਉਹਨਾਂ ਨੇ ਮੈਨੂੰ ਗਰਮ ਪਾਣੀ ਪਿਆ ਕੇ ਮੈਨੂੰ ਲਟਾ ਦਿੱਤਾ। ਮੇਰੇ ਉਹਨਾਂ ਨੇ ਮੈਨੂੰ ਬਹੁਤ ਤਬਦੀਸ਼ ਕੀਤੀ ਆ। ਫਿਰ ਜਦੋਂ ਜ਼ਿਆਦਾ ਮੇਰੇ ਤੇ ਹਾਲਾਤ ਹੋ ਗਿਆ ਮਾੜਾ, ਫਿਰ ਉਹਨਾਂ ਨੇ ਮੈਨੂੰ ਡਾਕਟਰ ਸੱਦ ਕੇ ਦਵਾਈ ਦਵਾਉਂਦੇ ਰਹੇ ਆ। ਫਿਰ ਉਹਨਾਂ ਨੇ ਦਵਾਈ ਦਵਾਉਂਦੇ ਰਹੇ, ਮਾੜੀ ਜੀ ਕਾਇਮ ਹੋ ਗਈ। ਫਿਰ ਮੈਨੂੰ ਉਹਨਾਂ ਨੇ ਵੀ 8-10 ਮਹੀਨੇ ਉਹਨਾਂ ਨੇ ਮੈਨੂੰ ਉੱਥੇ ਰੱਖਿਆ। ਇੱਕ ਪੈਰੀ ਇਸ ਤਰ੍ਹਾਂ ਚੱਪਲ ਤੇ ਉੱਤੇ ਇੱਕ ਮਾੜਾ ਜਿਹਾ ਸ਼ੌਲ ਦਾ, ਜਿਸ ਤਰ੍ਹਾਂ ਦੇ ਤੁਹਾਨੂੰ ਪਤਾ ਮਾਹੌਲ ਘਰੇ ਹੁੰਦੇ ਆ, ਇਸ ਤਰ੍ਹਾਂ ਦੇ ਉਹਨਾਂ ਦੇ ਵਿੱਚ ਹੀ 6 ਮਹੀਨੇ ਮੈਂ ਇੱਕ ਸੂਟ ਦੇ ਨਾਲ ਕੱਟੇ। ਫਿਰ ਉਹਨਾਂ ਨੇ ਵੀ ਇਸ ਤਰ੍ਹਾਂ ਕਿਸੇ ਨੂੰ ਤਰਸ ਆਇਆ ਤੇ ਉਹਨੇ ਆਪਣੇ ਘਰੋਂ ਇੱਕ ਸੂਟ ਲਿਆ ਕੇ ਦਿੱਤਾ ਤੇ ਉਹ ਫਿਰ ਮੈਂ ਇੱਕ ਪਾ ਲੈਣਾ। ਅੰਮ੍ਰਿਤ ਛਕਿਆ ਸੀ ਤੇ ਇੱਕ ਕਛਹਿਰਾ ਨਾ ਮਿਲਿਆ, ਉਸੇ ਕਛਹਿਰੇ ਦੇ ਨਾਲ ਉਹਨੂੰ ਧੋ ਲੈਣਾ ਤੇ ਇੱਕ ਪਾਸਾ ਧੋ ਲੈਣਾ, ਇੱਕ ਪਾ ਲੈਣਾ। ਤੇ ਜੇ ਮਾੜਾ ਮੋਟਾ ਪਾੜ ਗਿਆ ਤਾਂ ਉਹਨਾਂ ਕੋਲ ਸੂਈ ਧਾਗਾ ਲੈ ਕੇ ਤੇ ਆਪਣਾ ਤੋਪਾ ਲਾ ਕੇ ਤੇ ਆਪਣਾ ਟਾਈਮ ਕੱਟਿਆ। ਬੜਾ ਔਖਾ ਸਮਾਂ ਕੱਟਿਆ ਮਾਤਾ ਜੀ। ਹਾਂਜੀ। ਤੇ ਜੋ ਮੈਂ ਵੇਖ ਰਿਹਾ ਅੱਜ ਵੀ ਜਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਹੋ, ਹਾਂਜੀ, ਕਦੀ ਮਨ 'ਚ ਕੋਈ ਰੋਸ ਨਹੀਂ ਆਇਆ? ਰੋਸ ਸਾਡੀ ਬਾਤ ਨਹੀਂ ਪੁੱਛੀ, ਸਾਡੇ 3 ਪੁੱਤਰ ਸ਼ਹੀਦ ਨੇ? ਇਹ ਤੇ ਕਈ ਵਾਰ ਰੋਸ ਆਉਂਦਾ ਵਾ ਵੀ ਅਸੀਂ ਬੜੇ ਧੱਕੇ ਖਾਦੇ ਆ। ਜਿੱਥੇ ਕੋਈ ਜੇ ਕੋਈ ਦੱਸਦਾ ਤੇ ਉਹਦੇ ਤਾਈਂ ਵੀ ਅਸੀਂ ਤਰਲਾ ਮਿੰਤ ਕਰਦੇ ਆ। ਸਾਡੀ ਕੋਈ ਨਹੀਂ ਸੁਣਦਾ, ਫੇਰ ਮਨ ਨੂੰ ਮਾਰ ਕੇ ਚਲੋ ਮਹਾਰਾਜ ਕਲਗੀਆਂ ਵਾਲਿਆ, ਬਾਬਾ ਦੀਪ ਸਿੰਘ, ਜੇ ਤੇਰੀ ਰਜਾ ਦੇ ਵਿੱਚ ਆ, ਜਿੱਥੇ ਤੁਸੀਂ ਰੱਖਣਾ ਉੱਥੇ ਹੀ ਅਸੀਂ ਰਹਿਣਾ। ਵਾਹ। ਤੇ ਹੁਣ ਤੇ ਸਾਡਾ ਇਹੋ ਹੀ ਜੋ ਗੁੜੀਆ ਆ, ਇਹੋ ਹੀ ਸਾਨੂੰ ਪੁੱਤ ਆ ਤੇ ਇਹੋ ਹੀ ਸਾਨੂੰ ਧੀ ਆ। ਅੱਛਾ, ਹੁਣ ਇਹਦੇ ਕੋਲ ਹੀ ਤੁਹਾਡਾ ਸਾਰਾ ਜੀਵਨ ਬਸਰ? ਇਹਦੇ ਕੋਲ ਹੀ ਜਨਮ ਬਤੀਤ ਹੋਗਾ, ਮਰਨ ਜੰਮਣ ਦੀ ਇਹੋ ਹੀ ਸਾਡੀ ਵਿਚਾਰੀ ਜ਼ਿੰਮੇਵਾਰ ਆ। ਸਤਿਗੁਰੂ ਕਿਰਪਾ ਕਰਨਗੇ ਮਾਤਾ ਜੀ, ਤੁਹਾਡੀ ਗੱਲ ਸੰਗਤ ਤੱਕ ਪਹੁੰਚੇਗੀ। ਹਾਂਜੀ। ਤੇ ਜ਼ਰੂਰ ਤੁਹਾਡਾ ਸੰਗਤ ਮਾਣ ਸਤਿਕਾਰ ਕਰੇਗੀ, ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ। ਤੇ ਅੱਜ ਇੱਕ ਵਾਅਦਾ ਤੁਹਾਡੇ ਤੋਂ ਪਹਿਲਾਂ ਮੈਂ ਬਾਪੂ ਨਿਰੰਜਨ ਸਿੰਘ ਜੀ ਨਾਲ ਕੀਤਾ ਵਾ, ਸੰਗਤ ਦੇ ਭਰੋਸੇ ਤੇ, ਵੀ ਇਸ ਕਮਰੇ ਦੀ ਛੱਤ ਤੇ ਪੈ ਗਈ ਸਮਝੋ। ਹਾਂਜੀ ਹਾਂਜੀ। ਤੇ ਉਹਦੀ ਤੁਸੀਂ ਚਿੰਤਾ ਨਹੀਂ ਕਰਨੀ। ਬਾਕੀ ਜਿਹੜਾ ਕੋਈ ਹੋਰ ਕਿਸੇ ਚੀਜ਼ ਦੀ ਤੁਹਾਨੂੰ ਕੋਈ ਮੁਸ਼ਕਲਾਂ ਤੇ ਮੈਂ ਵੇਖ ਰਿਹਾ ਵਾਂ ਵੀ ਦੱਸਣ ਪੁੱਛਣ ਦੀ ਲੋੜ ਨਹੀਂ, ਸਾਰਾ ਕੁਝ ਕੈਮਰੇ ਦੀ ਅੱਖ ਨਾਲ। ਹਾਂਜੀ ਹਾਂਜੀ। ਵੀ ਇਹ ਤੇ ਸਵਾਲ ਪੁੱਛਣਾ ਹੀ ਮੇਰਾ ਠੀਕ ਨਹੀਂ ਗਾ। ਹਾਂਜੀ, ਵੇਖ ਹੀ ਲਿਆ ਮੈਂ। ਬਾਥਰੂਮ ਦੇ ਵਿੱਚ ਨਹਾਉਣ ਆਈਦਾ, ਇੱਧਰ ਹੀ ਲੈਟਰੀ ਆਈਦੀ ਆ, ਇੱਧਰ ਹੀ ਵੀ ਤੂੰ ਜਾਣ ਉਹਨੇ ਜੋਗੇ ਸੋਟੀ ਤੋਂ ਬਗੈਰ ਮੈਂ ਕਿਤੇ ਜਾ ਨਹੀਂ ਸਕਦੀ। ਠੀਕ ਹੈ। ਵੀ ਜਿੱਥੇ ਜਾਣਾ ਸੋਟੀ ਦੇ ਨਾਲ ਹੀ ਜਾਣਾ, ਵੀ ਕਿਤੇ ਮਾੜੇ ਚੰਗੇ ਥਾਂ ਤੇ ਵੀ ਜਾਣਾ ਤੇ ਸਕੂਟਰੀ ਤੇ ਹੀ ਜਾਣਾ, ਮੈਂ ਬੱਸ ਤੇ ਨਹੀਂ ਚੜ ਸਕਦੀ। ਤੇ ਇੰਨੀ ਵੀ ਨਹੀਂ, ਉਹ ਅਸੀਂ ਵੇਖ ਲਿਆ ਤੁਹਾਡਾ। ਕੋਈ ਨਹੀਂ, ਸਤਿਗੁਰੂ ਕਿਰਪਾ ਕਰਨਗੇ। ਤੇ ਬਾਕੀ ਕੋਈ ਗੱਲ ਨਹੀਂ, ਇਹ ਤਿਲ ਫੁੱਲ ਭੇਟਾ ਸੰਗਤ ਵੱਲੋਂ ਜੋ ਆਇਆ ਇਹ ਤੁਸੀਂ ਪ੍ਰਵਾਨ ਕਰ ਲਿਓ। ਤੇ ਹੱਥ ਜੋੜ ਕੇ ਤੁਹਾਡੇ ਸ਼ਹੀਦ ਪੁੱਤਰਾਂ ਦੀ ਕੁਰਬਾਨੀ ਨੂੰ ਸਲਾਮ ਕਰਦਿਆਂ ਹੋਇਆਂ ਤੇ ਇਹ ਸੰਗਤ ਵੱਲੋਂ ਆਇਆ ਪ੍ਰਸ਼ਾਦ ਤੁਸੀਂ ਪ੍ਰਵਾਨ ਕਰੋ। ਬਾਕੀ ਸਤਿਗੁਰੂ ਹੋਰ ਕਿਰਪਾ ਕਰਨਗੇ। ਸਾਧ ਸੰਗਤ ਜੀ, ਇਸ ਪਰਿਵਾਰ ਦਾ ਨੰਬਰ ਬਹੁਤਾ ਸਮਾਂ ਮਾਤਾ ਗੁਰਨਾਮ ਕੌਰ ਜੀ ਕੋਲ ਹੁੰਦਾ ਜੀ।
94657 48083। ਸਕਰੀਨ ਦੇ ਥੱਲੇ ਵੀ ਨੰਬਰ ਚੱਲ ਰਿਹਾ ਜੀ 94657 48083। ਇਹ ਇਹਨਾਂ ਦਾ ਫੋਨ ਨੰਬਰ ਜੀ। ਔਰ ਇਹਨਾਂ ਦੇ ਜਜ਼ਬੇ ਨੂੰ ਸਲਾਮ ਜ਼ਰੂਰ ਕਰਿਓ, ਇਹਨਾਂ ਦੇ ਸਿਦਕ ਤੇ ਇਹਨਾਂ ਦੇ ਸਬਰ ਸੰਤੋਖ ਨੂੰ ਜ਼ਰੂਰ ਸਲਾਮ ਕਰਿਓ ਫੋਨ ਕਰਕੇ ਕਿ ਇਸ ਤਰ੍ਹਾਂ ਦੇ ਪਰਿਵਾਰ ਭਈ ਜਿਨ੍ਹਾਂ ਲਈ ਹੈਂਡ ਟੂ ਮਾਊਥ ਜ਼ਿੰਦਗੀ ਚੱਲ ਰਹੀ ਆ, ਸਿਰ ਤੇ ਛੱਤ ਹੈ ਨਹੀਂ। ਔਰ ਕੈਮਰੇ ਦੀ ਅੱਖ ਨਾਲ ਤੁਸੀਂ ਵੇਖ ਹੀ ਲੈਣਾ ਭਈ ਆ ਕਿਵੇਂ ਦੀ ਜ਼ਿੰਦਗੀ ਗੁਜ਼ਰ ਰਹੀ ਆ, ਕਿਤੇ ਚਾਰ ਦੀਵਾਰੀ ਕੋਈ ਨਹੀਂ। ਫਿਰ ਕਹਿੰਦੇ ਆ ਵੀ ਬੜੇ ਤੂੰ ਲਾਚਾਰ ਜੇ ਵਿਖਾਉਣਾ ਸ਼ਹੀਦ ਪਰਿਵਾਰਾਂ ਨੂੰ, ਤੇ ਕੀ ਵਿਖਾਵਾਂ? ਕਿਹੜੀ ਕੋਠੀ ਵਿਖਾ ਦਿਆਂ? ਕਿਹੜੀ ਇਹਨਾਂ ਦੀ ਸਫਾਰੀ ਖਲੋਤੀ ਬਾਹਰ ਵਿਖਾਲ ਦਿਆਂ? ਹੁਣ ਜੋ ਹੈਗਾ ਮੈਂ ਉਹੀ ਵਿਖਾਉਣਾ, ਪਰ ਉਹਦੇ ਵਿੱਚ ਰਹਿ ਕੇ ਵੀ ਜੋ ਸਬਰ ਸੰਤੋਖ ਹੈ ਇਹਨਾਂ ਨੂੰ, ਜੋ ਸਦਕ ਭਰੋਸਾ ਸਤਿਗੁਰੂ ਤੇ ਇਹਨਾਂ ਦਾ, ਉਹ ਵੀ ਨੋਟ ਕਰ ਲਿਆ ਕਰੋ। ਮੈਂ ਅਸਲੀਅਤ ਵਿਖਾਉਣਾ ਕਿ ਸਮੇਂ ਦੀਆਂ ਸਰਕਾਰਾਂ ਨੇ 3 ਪੁੱਤ ਸ਼ਹੀਦ ਕਰ ਦਿੱਤੇ, ਕੁੱਟ-ਕੁੱਟ ਕੇ ਮਾਤਾ ਤੁਰਨ ਤੋਂ ਅਸਮਰਥ ਆ। ਔਰ 74 ਸਾਲ ਦੀ ਉਮਰ ਦੇ ਵਿੱਚ ਵੀ ਬਾਪੂ ਨਰਿੰਦਰ ਸਿੰਘ ਅੱਜ ਵੀ ਰਿਕਸ਼ਾ ਚਲਾ ਰਿਹਾ, ਪਰ ਹੌਸਲੇ ਕਿੰਨੇ ਬੁਲੰਦ ਨੇ, ਕਿਸੇ ਅੱਗੇ ਹੱਥ ਨਹੀਂ ਅੱਡਿਆ। ਇਹ ਤੇ ਸੰਗਤ ਨੇ ਆਪਣਾ ਫਰਜ਼ ਸਮਝਦਿਆਂ ਹੋਇਆਂ, ਅਸੀਂ ਆਪਣਾ ਫਰਜ਼ ਸਮਝਦਿਆਂ ਹੋਇਆਂ ਇਸ ਪਰਿਵਾਰ ਨੂੰ ਕੋ ਤਿਲ ਫੁੱਲ ਭੇਟਾ ਦੇ ਚੱਲੇ ਆ। ਇਹਨਾਂ ਨੇ ਮੰਗਿਆ ਨਹੀਂ ਸਾਡੇ ਕੋਲੋਂ, ਨਾ ਸਾਡੇ ਅੱਗੇ ਹੱਥ ਡਾਇਆ, ਨਾ ਕੋਈ ਫੋਨ ਕਰਕੇ ਕਦੀ ਕੋਈ ਡਿਮਾਂਡ ਕੀਤੀ ਆ। ਇਹ ਸਾਡਾ ਫਰਜ਼ ਬਣਦਿਆਂ ਸੰਗਤ ਨੇ ਆਪਣਾ ਫਰਜ਼ ਸਮਝਦਿਆਂ ਹੋਇਆਂ ਇਹ ਸੇਵਾ ਸਾਡੇ ਤੱਕ ਪਹੁੰਚਾਤੀ ਤੇ ਅਸੀਂ ਇਸ ਪਰਿਵਾਰ ਤੱਕ ਪਹੁੰਚਾਤੀ। ਸਮੇਂ ਦੀਆਂ ਸਰਕਾਰਾਂ ਦੀਆਂ ਕਰਤੂਤਾਂ ਵਿਖਾਉਣਾ, ਉਜੜੇ ਹੋਏ ਘਰ ਵਿਖਾਲ ਕੇ, ਵੀ ਫਿਰ ਵੀ ਉਹ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਪਰਿਵਾਰ। ਇਹ ਗੱਲ ਨੋਟ ਕਰਨ ਵਾਲੀ ਹੁੰਦੀ ਆ। ਬਹੁਤ ਮਿਹਰਬਾਨੀ ਜੀ ਸਾਧ ਸੰਗਤ ਜੀ। ਬਾਕੀ ਵੀਡੀਓ 'ਚ ਗੱਲਬਾਤ ਕਰਦੇ ਹਾਂ, ਕੋਈ ਗਲਤੀ ਗੁਸਤਾਖੀ ਹੋ ਗਈ ਹੋਵੇ ਤੇ ਉਹਦੇ ਲਈ ਮਾਫੀ ਚਾਹਾਂਗੇ। ਬਹੁਤ ਮਿਹਰਬਾਨੀ ਜੀ ਸਾਧ ਸੰਗਤ ਜੀ। ਸਾਥ ਦਿੰਦੇ ਰਹੋ, ਵਿਰੋਧ ਕਰਨ ਵਾਲਿਆਂ ਨੇ ਵਿਰੋਧ ਕਰਨਾ, ਸਾਥ ਦੇਣ ਵਾਲਿਆਂ ਨੇ ਸਾਥ ਦੇਣਾ। ਇਸ ਕਰਕੇ ਤੁਹਾਡੇ ਸਾਥ ਦੀ ਬਹੁਤ ਲੋੜ ਆ। ਸਾਥ ਦਿੰਦੇ ਰਹੋ, ਸੇਵਾ ਕਰਦੇ ਰਹਾਂਗੇ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ, ਨਾ ਕੋਈ ਓਲਾ ਤੇ ਨਾ ਵਿੱਚ ਕੋਈ ਵਿਚੋਲਾ। 94657 48083 ਆ ਇਸ ਪਰਿਵਾਰ ਦਾ ਨੰਬਰ ਜੇ। ਡਾਇਰੈਕਟ ਇਹਨਾਂ ਨੂੰ ਫੋਨ ਕਰਕੇ ਜੋ ਤਿਲ ਫੁੱਲ ਭੇਟਾ ਤੁਸੀਂ ਭੇਜਣਾ ਚਾਹੁੰਦੇ ਹੋ ਸਿੱਧਾ ਭੇਜਿਓ। ਸਾਡੇ ਕੋਲ ਜਿਹੜਾ ਸੰਗਤ ਨੇ ਪਹਿਲਾਂ ਸਾਡੇ ਕੋਲ ਭੇਜਿਆ ਹੁੰਦਾ, ਉਹਦੇ ਚੋਂ ਅੱਜ ਅਸੀਂ 15,000 ਰੁਪਈਆ ਇਸ ਪਰਿਵਾਰ ਦੇ ਸਪੁਰਦ ਕਰ ਚੱਲੇ ਹਾਂ। ਬਾਕੀ ਤੁਸੀਂ ਜਾਣੋ ਤੇ ਇਹ ਸ਼ਹੀਦ ਪਰਿਵਾਰ ਜਾਣਨਾ। ਬਹੁਤ ਬਹੁਤ ਮਿਹਰਬਾਨੀ ਜੀ। ਗਲਤੀ ਗੁਸਤਾਖੀ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਓ ਮੈਂ ਤੁਹਾਨੂੰ ਹੁਣ ਥੋੜੇ ਹਾਲਾਤ ਵਿਖਾ ਦਿਆਂ ਜਿੱਥੇ ਬਾਪੂ ਨਰਿੰਦਰ ਸਿੰਘ ਤੇ ਮਾਤਾ ਗੁਰਨਾਮ ਕੌਰ ਜਿਹੜੇ ਆ ਉਹ ਰਹਿੰਦੇ ਨੇ। ਹੁਣ ਮੈਨੂੰ ਦੱਸੋ ਕਿ ਮੈਂ ਕੀ ਵਿਖਾ ਦਿਆਂ? ਹੁਣ ਜਿਵੇਂ ਰਹਿੰਦੇ ਨੇ ਮੈਂ ਉਹੋ ਹੀ ਵਿਖਾਉਣਾ? ਕਿਹੜਾ ਗੇਟ ਵਿਖਾ ਦਿਆਂ ਉਹਨਾਂ ਦਾ ਜਿਹੜਾ ਹੈ ਹੀ ਨਹੀਂ? ਕਿਹੜੀ ਮੈਂ ਚਾਰ ਦੀਵਾਰੀ ਵਿਖਾ ਦਿਆਂ ਜਿਹੜੀ ਉਸ ਤਰ੍ਹਾਂ ਹੀ ਇੱਟਾਂ ਰੱਖ ਕੇ ਉਹਨਾਂ ਨੇ ਕੀਤੀ ਆ? ਔਰ ਆ ਇਹਨਾਂ ਦਾ ਇੱਕ ਛੱਪਰ ਬਣਾਇਆ ਜੀ ਉਹ ਸਾਹਮਣੇ, ਆਓ ਤੁਹਾਨੂੰ ਮੈਂ ਵਿਖਾਵਾਂ। 3 ਸ਼ਹੀਦ ਪੁੱਤਰਾਂ ਦੇ ਮਾਪੇ ਇੱਥੇ ਰਹਿੰਦੇ ਜੇ। ਆ ਜੀ ਹੁਣ ਜੋ ਹੈਗਾ ਮੈਂ ਉਹੀ ਵਿਖਾਵਾਂਗਾ, ਨਾ ਉਹਦੇ ਨਾਲੋਂ ਵੱਧ ਨਾ ਉਹਦੇ ਨਾਲੋਂ ਘੱਟ। ਆ ਵਾ 3 ਸ਼ਹੀਦ ਪੁੱਤਰਾਂ ਦੇ ਮਾਪਿਆਂ ਦਾ ਰਹਿਣ ਬਸੇਰਾ। ਆ ਜੇ ਇਹਨਾਂ ਦੀ ਜ਼ਿੰਦਗੀ। ਔਰ ਜਿਵੇਂ ਬਾਪੂ ਜੀ ਦੱਸ ਰਹੇ ਸੀ ਕਿ ਰਾਤ ਨੂੰ ਇੱਥੇ ਵਿਹੜੇ 'ਚ ਮੰਜੀਆਂ ਹੁੰਦੀਆਂ ਜੇ, ਮੱਛਰਦਾਨੀ ਲਾ ਲੈਂਦੇ ਆ, ਆਂਦੇ ਪੱਖਾ ਵੀ ਨਹੀਂ ਚਲਾਉਂਦੇ। ਇਹ ਹਕੀਕਤ ਆ। ਫਿਰ ਆਂਦੇ ਬੜੇ ਬੁਰੇ ਹਾਲ 'ਚ, ਬੜੇ ਲਾਚਾਰ ਤੂੰ ਵਿਖਾਉਣਾ ਪਰਿਵਾਰਾਂ ਨੂੰ। ਤੁਸੀਂ ਆ ਜਾਓ ਇਸ ਘਰ ਦੇ ਵਿੱਚ, ਤੁਸੀਂ ਇਹਨੂੰ ਰਿਕਾਰਡ ਕਰਕੇ ਦੱਸੋ। ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਰਿਕਾਰਡਿੰਗ ਕਰਨੀ ਸੀ। ਫਿਰ ਇੱਥੇ ਵਿਖਾ ਦਿਓ ਇੱਕ ਕੋਠੀ ਪਈ, ਇੱਥੇ ਵਿਖਾ ਦਿਓ ਇੱਕ ਗੱਡੀ ਖੜੀ, ਇੱਥੇ ਵਿਖਾ ਦਿਓ ਵਧੀਆ ਬਾਥਰੂਮ ਬਣੇ। ਆਓ ਹੁਣ ਜਿਹੜਾ ਮਕਾਨ ਇਹਨਾਂ ਦਾ ਕਮਰਾ ਜਿਹੜਾ ਰਹਿ ਗਿਆ ਛੱਤ ਪੈਣ ਤੋਂ ਵੀ ਬਿਨਾਂ, ਉਹ ਵੀ ਤੁਹਾਨੂੰ ਮੈਂ ਵਿਖਾ ਦਿਆਂ।
ਆ ਇੱਕ ਕਮਰਾ ਬਣ ਰਿਹਾ ਜੇ ਸਰਪੰਚ ਵੱਲੋਂ ਉਹਨਾਂ ਨੇ ਇਹ ਬਣਾਉਣਾ ਸ਼ੁਰੂ ਕੀਤਾ ਸੀ। ਚਲੋ ਸਰਕਾਰ ਬਦਲ ਗਈ ਤੇ ਕੰਮ ਉੱਥੇ ਦਾ ਉੱਥੇ ਹੀ ਖਲੋ ਗਿਆ। ਇੱਕੋ ਹੀ ਕਮਰਾ, ਉਹ ਛੱਪਰ ਦੇ ਵਿੱਚ ਹੁਣ ਉਹ ਟਾਈਮ ਪਾਸ ਕਰ ਰਿਹਾ। ਇੱਥੇ ਪਿੱਛੇ ਉਹਨਾਂ ਦੀ ਇੱਕ ਧੀ ਦਾ ਘਰ ਆ, ਉਹਦਾ ਵੀ 1-2 ਕਮਰੇ ਹੀ ਨੇ, ਮਸਾਂ ਆਪਣਾ ਟਾਈਮ ਪਾਸ ਹੁੰਦਾ। ਤੇ ਇਹਦੇ ਤੇ ਛੱਤ, ਇਹ ਕਿੰਨਾ ਚਿਰ ਹੋ ਗਿਆ ਬਾਪੂ ਜੀ ਇਹਨਾਂ ਨੂੰ ਰੁਕੇ ਕੰਮ ਨੂੰ? 3 ਮਹੀਨੇ ਜੀ। 3 ਮਹੀਨੇ ਤੋਂ ਆਹ ਕਮਰਾ ਪੈਸੇ ਨਾ ਹੋਣ ਦੀ ਵਜ੍ਹਾ ਦੇ ਨਾਲ ਇਹ ਬਿਨਾਂ ਛੱਤ ਤੋਂ ਰੁਕਿਆ ਜੇ। ਮੇਰੇ ਹਿਸਾਬ ਨਾਲ ਇਹ 10 ਬਾਈ 10 ਦਾ ਕਮਰਾ ਹੋਣਾ। 14-12 ਦਾ 14 ਬਾਈ 12 ਦਾ ਇੱਕ ਕਮਰਾ ਜੀ। ਹਾਂਜੀ, ਛੋਟਾ ਜਿਹਾ, ਤੇ ਇੱਕ ਦਰਵਾਜ਼ਾ ਤੇ ਇੱਕ ਇਹਨੂੰ ਖਿੜਕੀ ਲੱਗਣੀ ਜੀ। ਤੇ ਆਹ ਇਹਦੀ ਪੋਜੀਸ਼ਨ ਆ, ਤੇ ਇਹ ਵੀ ਜਿਹੜਾ ਉੱਥੇ ਦਾ ਉੱਥੇ ਹੀ ਰੁਕ ਗਿਆ। ਸਾਧ ਸੰਗਤ ਜੀ, ਹਮੇਸ਼ਾ ਤੁਸੀਂ ਸਾਡੀਆਂ ਬੇਨਤੀਆਂ ਪ੍ਰਵਾਨ ਕਰਦੇ ਹੋ। ਇਹਨੂੰ ਛੱਤ ਪਾਉਣ ਦਾ ਵਾਅਦਾ ਕਰਤਾ ਬਾਪੂ ਜੀ ਨਾਲ ਅੱਜ, ਤੇ ਇਹਨਾਂ ਨੂੰ ਕਹਿਣਾ ਵੀ ਸਵੇਰੇ ਮਟੀਰੀਅਲ ਸਟਾਓ, ਬਾਕੀ ਵੀ ਸੇਵਾ ਜਿਹੜੀ ਆ ਇਹਨਾਂ ਤੱਕ ਪਹੁੰਚਦੀ ਕਰ ਦਿੱਤੀ ਜਾਏਗੀ। ਤੇ ਆਓ ਜਲਦੀ ਤੋਂ ਜਲਦੀ, ਐਜ਼ ਸੂਨ ਐਜ਼ ਪੋਸੀਬਲ। ਜਗ੍ਹਾ ਇੰਨੀ ਕਿਆ, ਇੱਕੋ ਹੀ ਕਮਰਾ ਵਾ। ਅੱਗੇ ਪਤਾ ਨਹੀਂ ਕੁਛ ਬਰਾਂਡਾ ਪਾਉਣ ਦੀ ਇਜਾਜ਼ਤ ਮਿਲਦੀ ਜਾਂ ਨਹੀਂ, ਕਿਉਂਕਿ ਅੱਗੇ ਸੜਕ ਦਾ ਥਾਂ ਵਾ। ਥੋੜਾ ਜਿਹਾ ਵਧਾ ਉੱਪਰ ਜਿਹੜਾ ਵਾ 2-2.5 ਫੁੱਟ ਦਾ ਦਿੱਤਾ ਜਾ ਸਕਦਾ, ਹੋਰ ਕੁਛ ਨਹੀਂ ਇਹਦੇ 'ਚ ਹੋਰ ਕਰਨ ਦੀ ਲੋੜ। ਆ ਜੇ ਹਕੀਕਤ ਅਸਲੀਅਤ ਆ, 3 ਸ਼ਹੀਦ ਸਿੰਘਾਂ ਦੇ ਮਾਪਿਆਂ ਦਾ ਘਰ, ਉਹਨਾਂ ਦਾ ਜੀਵਨ ਨਿਰਬਾਦ ਕਰਨ ਦਾ ਤਰੀਕਾ, ਅਸਲੀਅਤ, ਇਹ ਅਸਲੀਅਤ ਆ, ਇਹ ਹਕੀਕਤ ਆ। ਹੁਣ ਜੋ ਹਕੀਕਤ ਹੈ, ਜੋ ਮੈਨੂੰ ਨਜ਼ਰ ਆ ਰਿਹਾ, ਮੇਰੀ ਕੈਮਰੇ ਦੀ ਅੱਖ ਨੇ ਵੀ ਉਹ ਕੁਝ ਵੇਖਣਾ। ਮੈਂ ਕਦੀ ਵੀ ਕੋਈ ਚੀਜ਼ ਵਧਾ ਕੇ ਜਾਂ ਘਟਾ ਕੇ ਨਹੀਂ ਵਿਖਾਉਂਦਾ। ਇਹ ਕਈ ਵਾਰੀ ਪਰਖੀ ਗਈ ਹੈ ਚੀਜ਼ ਸੰਗਤ ਵੱਲੋਂ ਵੀ ਕਿਤੇ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਪਈ ਇੱਕ ਪਿਛਲੇ ਪਾਸੇ ਕੋਠੀ ਪਈ ਹੋਵੇ ਤੇ ਕਿਤੇ ਸ਼ਹੀਦ ਸਿੰਘਾਂ ਦੇ ਮਾਤਾ ਪਿਤਾ ਨੂੰ ਕਿਸੇ ਢੱਠੇ ਜਿਹੇ ਢਾਰੇ 'ਚ ਭਾਲ ਕੇ ਵੀਡੀਓ ਬਣਾ ਕੇ ਬਲਵੰਦਰ ਸਿੰਘ ਪੱਖੋ ਕੇ ਘੱਲ ਦਿੰਦਾ। ਹਮੇਸ਼ਾ ਹਕੀਕਤ, ਅਸਲੀਅਤ ਤੁਹਾਡੇ ਤੱਕ ਪਹੁੰਚੇਗੀ। ਔਰ ਨਹੀਂ ਤੇ ਜਦੋਂ ਮਰਜ਼ੀ, ਵੀਡੀਓ ਦੇ ਵਿੱਚ ਇਸ ਪਰਿਵਾਰ ਦਾ ਨੰਬਰ ਦਿੱਤਾ, ਜਿਹੜਾ ਮਰਜ਼ੀ ਇਸ ਨੰਬਰ ਤੇ ਫੋਨ ਕਰਕੇ ਅੱਜ ਇਹ ਪਰਿਵਾਰ ਜਿਹੜਾ ਭਿੱਖੀਵਿੰਡ, ਇਹ ਵਾੜਾ ਕਹਿੰਦੇ ਆ, ਭਿੱਖੀਵਿੰਡ ਵਾੜਾ, ਹਾਂਜੀ, ਉੱਥੇ ਇਹ ਕੁਛ ਘਰ ਨੇ। ਇਹ ਸਾਹਮਣੇ ਨਾਲਾ ਇੱਕ ਚੱਲ ਰਿਹਾ, ਗੰਦਾ ਨਾਲਾ ਚੱਲ ਰਿਹਾ, ਔਰ ਦੂਸਰੇ ਪਾਸੇ ਪਰਲੇ ਪਾਸੇ ਗੁਰਦੁਆਰਾ ਸਾਹਿਬ ਆ, ਉਹਦੇ ਸਾਹਮਣੇ ਇਹ ਪਰਿਵਾਰ ਰਹਿ ਰਿਹਾ ਜੀ, ਬਾਪੂ ਨਿਰੰਜਨ ਸਿੰਘ ਜੀ ਦਾ। ਆਣ ਕੇ ਇੱਥੇ ਵੇਖ ਲਿਓ ਭਈ, ਮੈਂ ਕੁਛ ਚੀਜ਼ ਕੋਈ ਵਧਾ ਘਟਾ ਕੇ ਤਾਂ ਨਹੀਂ ਦੱਸੀ, ਅਸਲੀਅਤ ਹੀ ਦੱਸੀ ਹੈ ਨਾ। ਤੇ ਮੇਰਾ ਕੰਮ ਵੀ ਅਸਲੀਅਤ ਆ, ਇਹ ਹਕੀਕਤ ਆ, ਇਹ ਹਾਲਾਤ ਨੇ 3 ਸ਼ਹੀਦ ਸਿੰਘਾਂ ਦੇ ਮਾਪਿਆਂ ਦਾ। ਪਰ ਫਿਰ ਵੀ ਉਹਨਾਂ ਦੇ ਹੌਸਲੇ ਬੁਲੰਦ, ਉਹ ਪੂਰੀ ਚੜ੍ਹਦੀ ਕਲਾ ਦੇ ਵਿੱਚ, ਕਦੀ ਕਿਸੇ ਅੱਗੇ ਹੱਥ ਨਹੀਂ ਅੱਡਿਆ, ਆਪਣੀ ਮਿਹਨਤ ਦੀ ਰੋਟੀ ਖਾਂਦੇ ਆ। ਅਸੀਂ ਆਏ ਆ, ਸਾਡੇ ਕੋਲੋਂ ਪੈਸੇ ਮੰਗੇ ਨਹੀਂ ਉਹਨਾਂ ਨੇ, ਇਹ ਸਾਡਾ ਫਰਜ਼ ਬਣਦੇ ਆ। ਸੰਗਤ ਨੇ ਆਪਣਾ ਫਰਜ਼ ਸਮਝਦਿਆਂ ਹੋਇਆਂ ਜੋ ਕਰਨਾ ਇਹਨਾਂ ਦਾ ਨਾਲ ਕਰਨਾ। ਇਹਨਾਂ ਨੂੰ 1 ਰੁਪਈਏ ਦੀ ਨਾ ਉਮੀਦ ਰੱਖਿਓ ਕਿ ਇਹ ਤੁਹਾਡੇ ਕੋਲ ਫੋਨ ਕਰਕੇ ਮੰਗਣਗੇ, ਕਿਸੇ ਕੋਲੋਂ ਵੀ ਨਹੀਂ ਮੰਗਦੇ। ਅਸੀਂ ਆਪਣਾ ਫਰਜ਼ ਸਮਝਦੇ ਹੋਏ ਇਸ ਪਰਿਵਾਰ ਲਈ ਜੋ ਕੁਝ ਕਰ ਸਕਦੇ ਹਾਂ ਉਹ ਅਸੀਂ ਰਲ ਮਿਲ ਕੇ ਕਰਨਾ। ਬਹੁਤ ਮਿਹਰਬਾਨੀ ਤੁਹਾਡੀ। ਮੈਂ ਚਾਹਾਂਗਾ ਕੈਮਰੇ ਦੀ ਅੱਖ ਨਾਲ ਜਿਹੜਾ ਬਾਥਰੂਮ ਵੀ ਵਿਖਾ ਦਿਓ। ਸਾਧ ਸੰਗਤ ਜੀ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਰਾਹੀਂ ਸੰਗਤ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਅੱਜ ਅਸੀਂ ਬਾਪੂ ਨਿਰੰਜਨ ਸਿੰਘ ਜੀ ਤੇ ਮਾਤਾ ਗੁਰਨਾਮ ਕੌਰ ਜੀ ਦੇ ਸਪੁਰਦ 15,000 ਰੁਪਏ ਦੀ ਛੋਟੀ ਜੀ ਇੱਕ ਰਕਮ ਅਸੀਂ ਇਹਨਾਂ ਦੇ ਸਪੁਰਦ ਕਰਕੇ ਚੱਲੇ ਹਾਂ। ਤੇ ਬਾਕੀ ਤੁਹਾਡੇ ਤੇ ਉਮੀਦਾਂ ਨੇ। ਘਰ ਦੇ ਹਾਲਾਤ ਤੁਹਾਡੇ ਸਾਹਮਣੇ ਨੇ। ਸਭ ਤੋਂ ਪਹਿਲਾਂ ਉਸ ਕਮਰੇ ਦੀ ਛੱਤ ਉਹਨੂੰ ਪਾ ਕੇ ਉਹਨੂੰ ਵਧੀਆ ਕੰਪਲੀਟ ਕਰਨਾ ਵਾ ਆਪਾਂ। ਤੇ ਨੰਬਰ ਇਹਨਾਂ ਦਾ ਉਹੀ ਜੇ 9465584083 ਤੇ 3 ਸ਼ਹੀਦ ਪੁੱਤਰਾਂ ਦੇ ਇਹ ਮਾਪੇ ਨੇ, ਬਾਪੂ ਨਿਰੰਜਨ ਸਿੰਘ ਜੀ ਤੇ ਮਾਤਾ ਗੁਰਨਾਮ ਕੌਰ ਜੀ। ਤੇ ਜ਼ਿੰਦਗੀ ਦਾ ਆਖਰੀ ਦੌਰ ਬੇਸ਼ੱਕ ਸਬਰ ਸੰਤੋਖ ਦੇ ਨਾਲ ਜ਼ਿੰਦਗੀ ਦਾ ਇਹਨਾਂ ਦਾ ਗੁਜ਼ਰ ਬਸਰ ਚੱਲ ਰਿਹਾ, ਪਰ ਕੁਝ ਫਰਜ਼ ਅਸੀਂ ਆਪਣੇ ਵੀ ਸਮਝਨੇ ਆ, ਤੁਸੀਂ ਵੀ ਸਮਝਦੇ ਹੋ। ਆਓ ਰਲ ਮਿਲ ਕੇ ਅਸੀਂ ਆਪਣੇ ਫਰਜ਼ਾਂ ਤੋਂ ਸੁਰਖਰੂ ਹੋਈਏ। ਤੁਸੀਂ ਧੰਨਵਾਦ ਕਰਦੇ ਹੋ ਮਾਤਾ ਜੀ, ਬਾਪੂ ਜੀ। ਹਾਂਜੀ, ਅਸੀਂ ਧੰਨਵਾਦ ਕਰਦੇ ਹਾਂ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।